ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਪਿਛਲੇ ਹਫ਼ਤੇ ਅਸੀਂ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਰਚਨਾ ਰਾਮਕਲੀ, ਜਿਹਦਾ ਨਾਮ ਬਾਣੀ ਦਾ ਸੱਦ ਹੈ, ਉਹਦੀ ਵਿਚਾਰ ਆਰੰਭ ਕੀਤੀ ਹੈ। ਇਸ ਵਿੱਚ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਮਕਸਦ ਸਾਡਾ ਇੱਕ ਤਾਂ ਗੁਰਸਿੱਖਾਂ ਨੂੰ ਅੰਤਮ ਸਮੇਂ ਦੀ ਜੋ ਸਾਡੀ ਕਿਰਿਆ ਕਰਮ ਹੈ ਉਹਦੀ ਸਮਝ ਆ ਜਾਏ ਵੀ ਇਸ ਮ੍ਰਿਤਕ ਪ੍ਰਾਣੀ ਦੇ ਸਰੀਰ ਨੂੰ ਕਿਵੇਂ ਸੰਭਾਲਣਾ ਹੈ, ਕੀ ਕਰਮ ਅਸੀਂ ਕਰਨੇ ਹਨ, ਕੀ ਨਹੀਂ ਕਰਨੇ, ਉਹ ਸਾਰੀ ਮਰਿਆਦਾ ਸਾਨੂੰ ਪਤਾ ਲੱਗਦਾ ਹੈ। ਭਾਵੇਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਸ ਬਾਰੇ ਪੂਰੀ ਤਰ੍ਹਾਂ ਚਾਨਣਾ ਪਾਇਆ ਗਿਆ ਹੈ। ਦੂਸਰੀ ਗੱਲ, ਮੌਤ ਦੇ ਬਾਰੇ ਦੇ ਵਿੱਚ ਬੜੀ ਸਪਸ਼ਟ ਗੱਲਾਂ ਹਨ ਕਿ ਇਹ ਆਉਣੀ ਹੈ। ਸਰੀਰ ਤੇ ਆਤਮਾ ਦੇ ਵਿਛੋੜੇ ਨੂੰ ਮੌਤ ਕਿਹਾ ਜਾਂਦਾ ਹੈ। ਜਦੋਂ ਆਤਮਾ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਜੀਵ ਦੀ ਮੌਤ ਹੋ ਜਾਂਦੀ ਹੈ। ਸਰੀਰ ਇੱਥੇ ਹੀ ਰਹਿੰਦਾ ਹੈ। ਇਹ ਆਤਮਾ ਪੰਚਭੂਤਕ ਸਰੀਰ ਵਿੱਚੋਂ ਨਿਕਲ ਕੇ ਜਾਂ ਤਾਂ ਪ੍ਰਭੂ ਵਿੱਚ ਭੇਦ ਹੋ ਜਾਂਦੀ ਹੈ ਤੇ ਜਾਂ ਫਿਰ ਆਵਾਗਮਨ ਦੇ ਚੱਕਰ 'ਚ ਪੈ ਜਾਂਦੀ ਹੈ। ਦੂਸਰੀ ਬੇਨਤੀ ਅਸੀਂ ਪਿਛਲੇ ਹਫ਼ਤੇ ਕੀਤੀ ਸੀ ਕਿ ਮੌਤ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਪਰਮਾਤਮਾ ਜੀਵਾਂ ਨੂੰ ਬਣਾਉਣ ਵਾਲਾ ਹੈ। ਉਹ ਆਪਣੇ ਹੁਕਮ ਦੇ ਵਿੱਚ ਹੀ ਭੇਜਦਾ ਹੈ ਤੇ ਹੁਕਮ ਦੇ ਵਿੱਚ ਹੀ ਬੁਲਾਉਂਦਾ ਹੈ। ਇੱਕ ਪੰਕਤੀ ਅਸੀਂ ਆਮ ਅੰਤਮ ਅਰਦਾਸ ਤੇ ਸੁਣਦੇ ਹੀ ਹਾਂ, ਘੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੇ, ਤੇ ਜਾਹੇ ਦੇ ਨਾਲ ਇਹ ਆਮ ਹੀ ਪੰਕਤੀ ਸੁਣਦੇ ਹਾਂ। ਇਹਦਾ ਮਤਲਬ ਭਾਵੇਂ ਸਾਨੂੰ ਪਤਾ ਹੋਵੇ ਜਾਂ ਨਾ ਹੋਵੇ ਵੀ ਜੀਵ ਦਾ ਘੱਲਿਆ ਹੋਇਆ ਸੰਸਾਰ 'ਚ ਆਉਂਦਾ ਹੈ ਤੇ ਉਹਦੇ ਸੱਦੇ ਤੇ ਇੱਥੋਂ ਉੱਠ ਕੇ ਚਲਾ ਜਾਂਦਾ ਹੈ, ਛੱਡ ਜਾਂਦਾ ਸੰਸਾਰ। ਤੋ ਇਹ ਮੌਤ ਤੋਂ ਨਾ ਕੋਈ ਸਾਨੂੰ ਬਚਾ ਸਕਿਆ। ਜਦੋਂ ਸਮਾਂ ਆਏਗਾ ਇਹ ਆਉਣੀ ਹੈ, ਇਹ ਅਟੱਲ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਉਸ ਤੋਂ ਬਾਅਦ ਅਸੀਂ ਕੀ ਕਰਨਾ, ਇਹ ਸੱਧ ਬਾਣੀ ਦੇ ਵਿੱਚ ਸਾਨੂੰ ਬਾਬਾ ਸੁੰਦਰ ਜੀ ਨੇ ਜੋ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ ਉਹਨੂੰ ਦਰਜ ਕਰਕੇ ਦੱਸਿਆ। ਹਾਲਾਂਕਿ ਗੁਰੂ ਅਮਰਦਾਸ ਜੀ ਦੇ ਬਾਰੇ ਹੀ ਬਹੁਤ ਸਾਰੇ ਭੁਲੇਖੇ ਜਿਹੜੇ ਸੀ ਉਹ ਸਾਡੇ ਸਾਖੀਕਾਰਾਂ ਨੇ ਪਾ ਦਿੱਤੇ। ਆਓ ਯਤਨ ਕਰੀਏ ਉਸ ਵਿਚਾਰਾਂ ਨੂੰ ਸਮਝਣ ਦਾ। ਤੇ ਇਹ ਵਿਚਾਰਾਂ ਸਾਡੀਆਂ ਸਾਂਝੀਆਂ ਕਰ ਰਹੇ ਹਨ ਵੀਰ ਵਰਿੰਦਰਪਾਲ ਸਿੰਘ ਜੀ। ਬੇਨਤੀ ਕਰਦਾ ਹਾਂ ਵੀਰ ਵਰਿੰਦਰਪਾਲ ਸਿੰਘ ਜੀ, ਕਿਰਪਾ ਕਰੋ ਅਗਲੀ ਵਿਚਾਰ ਅੱਜ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਕਲਾਸ ਦੇ ਉੱਪਰ ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ ਵਿੱਚ USA ਦੀ ਸ਼ਾਮਲ ਸਤਸੰਗੀ ਭੈਣੋ ਤੇ ਭਰਾਵੋ, ਅਸੀਂ ਪਿਛਲੇ ਹਫ਼ਤੇ ਸਦਬਾਣੀ ਦੀ ਵਿਚਾਰ ਦੇ ਉੱਪਰ ਭੂਮਿਕਾ ਨੂੰ ਸਰਵਣ ਕੀਤਾ ਸੀ। ਹੁਣੇ ਆਪ ਜੀ ਨੂੰ ਵੀਰ ਹਰਜੀਤ ਸਿੰਘ ਜੀ ਨੇ ਥੋੜਾ ਜਿਹਾ ਸੰਖੇਪ ਵਿੱਚ ਇਸ ਬਾਣੀ ਦੀ ਲੋੜ ਨੂੰ ਵਿਚਾਰਨਾ ਕਿਉਂ ਜ਼ਰੂਰੀ ਹੈ, ਇਸ ਦੇ ਉੱਪਰ ਚਾਨਣ ਪਾਇਆ ਹੈ। ਕਿਉਂਕਿ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਦਬਾਣੀ ਦੇ ਵਿੱਚ ਆਏ ਹੋਏ ਕੁਝ ਅੱਖਰਾਂ ਨੂੰ ਕੁਝ ਟੀਕਾਕਾਰਾਂ ਨੇ, ਕੁਝ ਅਖੌਤੀ ਵਿਦਵਾਨਾਂ ਨੇ ਗੁਰਮਤਿ ਦੀ ਸਹੀ ਪਰਿਭਾਸ਼ਾ ਨੂੰ ਨਾ ਸਮਝਦਿਆਂ ਹੋਇਆਂ ਅਰਥਾਂ ਦੇ ਅਨਰਥ ਕੀਤੇ ਹੋਏ ਨੇ, ਜਿਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਦਬਾਣੀ, ਕਿਉਂਕਿ ਹਰ ਇੱਕ ਮ੍ਰਿਤਕ ਪ੍ਰਾਣੀ ਦੇ ਅੰਤਮ ਅਰਦਾਸ ਵਿੱਚ ਜਾਂ ਅਗਨ
ਅੰਗੀਠਾ ਸਾਹਿਬ ਸੰਭਾਲਣ ਦੀ ਕਿਰਿਆ ਕਰਕੇ ਆਂਦੇ ਹਾਂ। ਅੰਗੀਠੇ ਨੂੰ ਅਗਨ ਭੇਟ ਕਰਨ ਦੇ ਬਾਅਦ ਆ ਕੇ ਗੁਰਦੁਆਰਾ ਸਾਹਿਬ ਵਿੱਚ ਇਸ ਬਾਣੀ ਨੂੰ ਸੁਣਦੇ ਹਾਂ, ਅਲਾਣੀਆਂ ਦੀ ਬਾਣੀ ਨੂੰ ਸੁਣਦੇ ਹਾਂ। ਸਿਰਫ ਪਰੰਪਰਾ ਦੇ ਤੌਰ ਤੇ ਅਸੀਂ ਸੁਣੀ ਜਾ ਰਹੇ ਹਾਂ। ਇਹਨੂੰ ਅਸਲ ਵਿੱਚ ਵਿਚਾਰਨਾ ਸੀ। ਵਿਚਾਰ ਲਈ ਗੁਰਮਤਿ ਵਿਚਾਰਾ ਹੋ ਜਾਣ, ਇਸ ਨੂੰ ਪੜਨ ਦਾ ਇਸ ਕਰਕੇ ਗੁਰਮੁਖਾਂ ਨੇ, ਗੁਰਸਿੱਖਾਂ ਨੇ ਰੀਤ ਤੋਰੀ ਸੀ। ਇਸ ਕਰਕੇ ਨਹੀਂ ਕਿ ਸਿਰਫ ਪਾਠ ਕੀਤਾ ਜਾਏ, ਇਸ ਕਰਕੇ ਕਿ ਇਸ ਬਾਣੀ ਦੇ ਵਿਚਾਰ ਨੂੰ ਕਰਕੇ ਅਗਲੇ ਸਾਰੇ ਕਰਮ ਕਾਰਜ ਕੀਤੇ ਜਾਣ, ਜਾਂ ਇਸ ਤੋਂ ਪਹਿਲੇ ਦੇ ਜਦ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਉਸ ਦੀ ਸਮਝ ਉਹਨਾਂ ਵੀਰਾਂ ਨੂੰ ਵੀ ਆ ਜਾਏ ਜਿਹੜੇ ਵੀਰ ਭੈਣ ਰਿਸ਼ਤੇਦਾਰ ਦੋਸਤ ਮਿੱਤਰ ਗੁਰਸਿੱਖ ਤਾਂ ਹੈ ਨੇ, ਅੰਮ੍ਰਿਤਧਾਰੀ ਵੀ ਹੈ ਨੇ, ਲੇਕਿਨ ਮਨ ਮਤ ਦੇ ਅੰਦਰ ਜੀ ਰਹੇ ਨੇ, ਗੁਰਮਤਿ ਤੋਂ ਵਿਹੂਣੇ ਨੇ, ਬਾਣੀ ਪੜ੍ਹੀ ਜਾ ਰਹੇ ਨੇ, ਬਾਣੀ ਨੂੰ ਵਿਚਾਰ ਕੇ ਅਮਲ ਵਿੱਚ ਨਹੀਂ ਲਿਆ ਰਹੇ। ਕਿਉਂਕਿ ਅਸੀਂ ਗੁਰਬਾਣੀ ਬਣਨਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਦੀ ਪਰਿਭਾਸ਼ਾ ਹੈ। ਜਿਨ੍ਹਾਂ ਨੂੰ ਗੁਰੂ ਦੀ ਬਾਤ ਆਉਂਦੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਉਹ ਗੁਰੂ ਵਿੱਚ ਲੀਨ ਹੋ ਜਾਂਦੇ ਹਨ। ਜਿਨ੍ਹਾਂ ਕੋਲ ਗੁਰੂ ਦੀ ਮੱਤ, ਗੁਰਬਾਣੀ ਦੀ ਵਿਚਾਰ ਦੇ ਅਨੁਸਾਰ ਜੀਵਨ ਨਹੀਂ ਜੀ ਰਹੇ, ਉਹ ਗੁਰਮਤਿ ਵੀ ਹੋਣੇ ਹਨ। ਇਸ ਕਰਕੇ ਸਭ ਤੋਂ ਪਹਿਲਾਂ ਬਾਣੀ ਦੇ ਉਚਾਰਨ ਕਰਤਾ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਨੇ, ਤੇ ਇਹਨਾਂ ਦੇ ਪੜਪੋਤੇ ਜਿਹੜੇ ਬਾਬਾ ਸੁੰਦਰ ਜੀ, ਜਿਨ੍ਹਾਂ ਬਾਰੇ ਪਿਛਲੀ ਵਾਰੀ ਅਸੀਂ ਵਿਚਾਰ ਦਿੱਤਾ ਹੈ ਕਿ ਉਹ ਬਾਬਾ ਮੋਹਰੀ ਜੀ ਦੇ ਪੋਤਰੇ ਹਨ, ਉਹਨਾਂ ਨੇ ਇਸ ਬਾਣੀ ਨੂੰ ਅੰਤਮ ਸਮੇਂ ਸਾਰੀ ਸੰਗਤ ਉਸ ਟਾਈਮ ਜੋ ਇਕੱਤਰ ਕੀਤੀ ਸੀ, ਗੁਰੂ ਮਹਾਰਾਜ ਨੇ, ਰਿਸ਼ਤੇਦਾਰ ਸੰਗਤ, ਉਹਨੇ ਦੇ ਸਾਹਮਣੇ ਜਿਹੜੇ ਬਚਨ ਕੀਤੇ ਸਨ, ਉਹਨਾਂ ਦੇ ਉੱਪਰ ਜੋ ਉਹਨਾਂ ਨੇ ਸਾਨੂੰ ਆਦੇਸ਼ ਜਾਂ ਇੱਦਾਂ ਸਮਝੀਏ ਵਸੀਅਤ ਕੀਤੀ ਸੀ, ਉਸ ਨੂੰ ਆਪਣੀ ਕਲਮ ਨਾਲ ਲਿਖਿਆ ਹੈ ਕਾਵਿ ਰਚਨਾ ਚ, ਬਾਣੀ ਰਚਨਾ ਚ। ਤਾਂ ਗੁਰੂ ਅਮਰਦਾਸ ਜੀ ਦੀ ਤੀਰਥ ਯਾਤਰਾਵਾਂ ਕਰਕੇ ਕਈਆਂ ਨੂੰ ਇਹ ਭੁਲੇਖਾ ਹੁੰਦਾ ਹੈ, ਭੁੱਲੜ ਗਿਆਨੀਆਂ ਨੂੰ, ਭੁੱਲੜ ਵੀਰਾਂ ਨੂੰ, ਕਿ ਗੁਰੂ ਮਹਾਰਾਜ ਨੇ ਅਖੀਰਲੇ ਸਮੇਂ ਕਿਹਾ ਕਿ ਮੇਰੀ ਜਿਹੜੀ ਹੱਡੀਆਂ ਹੁੰਦੀਆਂ ਨੇ, ਉਹਨਾਂ ਨੂੰ ਫੁੱਲ ਲੋਕ ਕਹਿੰਦੇ ਨੇ, ਇਹਨਾਂ ਨੂੰ ਹਰਿਦੁਆਰ ਪਾਏ ਜਾਣ। ਕਿਉਂਕਿ 1521 ਤੋਂ ਲੈ ਕੇ 1541 ਤੱਕ ਲਗਾਤਾਰ 20 ਵਾਰ 19 ਵਾਰ ਗੁਰੂ ਅਮਰਦਾਸ ਜੀ ਹਰਿਦੁਆਰ ਦੀ ਪੈਦਲ ਯਾਤਰਾ ਕੀਤੀ। ਉਹ ਸਾਰੇ ਕਰਮ ਕੀਤੇ ਜਿਹੜੇ ਅਨਮਤੀ ਵਿਚਾਰਧਾਰਾ ਦੇ ਸਨ, ਜਿਹੜੀ ਸਨਾਤਨੀ ਵਿਚਾਰਧਾਰਾ ਦੇ ਸਨ, ਲੇਕਿਨ ਆਤਮਿਕ ਸ਼ਾਂਤੀ ਨਹੀਂ ਸੀ, ਉਹ ਜੀਵਨ ਦੀ ਅਸਲ ਰੂਹਾਨੀਅਤ ਨਹੀਂ ਸੀ। ਲੇਕਿਨ ਸਤਿਗੁਰੂ ਦੇ ਅੰਦਰ, ਗੁਰੂ ਅਮਰਦਾਸ ਜੀ ਦੇ ਅੰਦਰ ਲਗਨ ਬੜੀ ਸੀ, ਤਤਪਰਤਾ ਬੜੀ ਸੀ। ਇੰਨਾ ਸਿਰੜੀ ਹੋਣਾ, ਇੰਨਾ ਲਗਨ ਵਿੱਚ ਉਸ ਕਾਰਜ ਨੂੰ ਕਰ ਰਹੇ ਸਨ, ਤੇ ਇਸ ਤੋਂ ਇਹ ਸਮਝ ਵਿੱਚ ਆਉਂਦਾ ਹੈ ਕਿ ਉਹਨਾਂ ਦੀ ਚਾਹਤ ਕਿੰਨੀ ਸੀ ਰੱਬ ਜੀ ਦੇ ਨਾਲ ਮਿਲਾਪ ਦੀ, ਚੰਗੇ ਜੀਵਨ ਦੀ। ਤੇ ਜਦ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਆਏ, ਉਸ ਤੋਂ ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਬਹੁਤ ਕੋਹਾਂ ਦੂਰ ਸਨ। ਤੇ ਜਦ ਗੁਰੂ ਦੀ ਪ੍ਰਾਪਤੀ ਬੀਬੀ ਅਮਰੋ ਜੀ ਰਾਹੀਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਣਾ, ਤੇ ਬੀਬੀ ਅਮਰੋ ਜੀ ਦਾ ਬਾਣੀ ਪੜ੍ਹਨਾ, ਬਾਣੀ ਦੇ ਅਰਥਾਂ ਨੂੰ ਉਹਨਾਂ ਤੋਂ ਸਾਰੇ ਸੰਸਾਰ ਦੇ
ਲੋਕ ਲਾਜ ਜਿਹੜੀ ਉਸ ਟਾਈਮ ਦੀ ਅਖੌਤੀ ਸੀ, ਉਸ ਨੂੰ ਪਰੇ ਰੱਖ ਕੇ ਆਪਣੇ ਛੋਟੇ ਭਰਾ ਦੀ ਨੂੰਹ ਦੇ ਪਾਸੋਂ ਸੁਣਨਾ, ਇਹ ਇੱਕ ਸਾਡੇ ਅੱਜ ਦੀਆਂ ਬੀਬੀਆਂ ਵਾਸਤੇ ਬਹੁਤ ਵੱਡੀ, ਸਾਡੇ ਫਾਸੇ ਰੋਸ਼ਨ ਦਿਮਾਗਤਾ ਦੀ ਗੱਲ ਹੈ, ਜੋ ਬੀਬੀ ਅਮਰੋ ਜੀ ਦੀ ਰਾਹੀਂ ਗੁਰਮਤਿ ਦੀ ਵਿਚਾਰਧਾਰਾ ਸਾਨੂੰ ਪ੍ਰਾਪਤ ਹੁੰਦੀ ਹੈ। ਅੱਜ ਬੀਬੀਆਂ ਦੇ ਕਾਰਨ ਬਹੁਤ ਸਾਰੇ ਭੁਲੇਖੇ ਜਿਹੜੇ ਗੁਰਮਤਿ ਵਿੱਚ ਗੁਰਸਿੱਖਾਂ ਦੇ ਘਰ ਕੀਤੇ ਜਾਂਦੇ ਹਨ, ਕਈ ਵਾਰੀ ਵੀਰ ਨਹੀਂ ਚਾਹੁੰਦੇ ਹੋਏ ਵੀ ਘਰ ਦੇ ਝਗੜਿਆਂ ਦੇ ਕਾਰਨ ਉਹਨਾਂ ਨੂੰ ਬਰਦਾਸ਼ਤ ਕਰਦੇ ਹਨ। ਤੇ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ ਨੂੰ ਬੀਬੀ ਅਮਰੋ ਜੀ ਦੇ ਜੀਵਨ ਨੂੰ ਜ਼ਰੂਰ ਪੜ੍ਹਨਾ ਚਾਹੀਦਾ, ਜਿਸ ਰਾਹੀਂ ਸਾਨੂੰ ਗੁਰੂ ਅੰਗਦ ਸਾਹਿਬ ਜੀ ਦੀ ਇਹ ਸਪੁੱਤਰੀ, ਸਾਡੀ ਭੈਣ, ਜਿਨ੍ਹਾਂ ਨੇ ਸਤਿਗੁਰੂ ਤੀਜੇ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਦੇ ਤੀਜੇ ਜਾਮੇ ਦੀ ਜਿਹੜੀ ਹੈ ਕੌਮ ਨੂੰ ਦੇਣ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦੀ ਜੇ ਬਾਣੀ ਪੜ੍ਹਦੇ ਹਾਂ, ਇਹ ਸਾਰੇ ਭੁਲੇਖੇ ਸਾਡੇ ਦੂਰ ਹੋ ਜਾਂਦੇ ਹਨ। ਸਤਿਗੁਰੂ ਜੀ ਸਾਨੂੰ, ਗੁਰੂ ਅਮਰਦਾਸ ਜੀ ਇਸ ਬਾਰੇ ਬਾਣੀ 'ਚ ਜ਼ਿਕਰ ਕਰਦੇ ਨੇ, ਜਦ ਉਹ ਗੁਰੂ ਗੱਦੀ ਤੇ ਬਿਰਾਜਮਾਨ ਹੋਏ, ਤਕਰੀਬਨ 6 ਸਾਲ ਤੋਂ ਬਾਅਦ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ, ਔਰ ਕਾਫੀ ਲੰਬੇ ਪ੍ਰਚਾਰਕ ਦੌਰੇ ਵੀ ਕੀਤੇ ਗੁਰੂ ਅਮਰਦਾਸ ਪਾਤਸ਼ਾਹ ਨੇ, ਜਿਸ ਦਾ ਜ਼ਿਕਰ ਗੁਰਬਾਣੀ 'ਚ ਗੁਰੂ ਅਮਰਦਾਸ ਜੀ ਨੇ ਕੀਤਾ ਹੈ ਤੁਖਾਰੀ ਰਾਗ ਦੇ ਅੰਦਰ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਨ ਅਰਥਾ। ਤੀਰਥ ਕਿਉਂ ਕੀਤਾ ਸਤਿਗੁਰੂ ਨੇ, ਉਹਨਾਂ ਤੀਰਥਾਂ ਅਸਥਾਨਾਂ ਤੇ ਕਿਉਂ ਗਏ ਕਿ ਜਿਨ੍ਹਾਂ ਕਾਰਨ ਉਹ ਭੁਲੇਖੇ ਵਿੱਚ ਪਏ ਸਨ, ਉਹਨਾਂ ਲੋਕਾਂ ਨੂੰ ਉਹਨਾਂ ਅਸਥਾਨਾਂ ਤੋਂ ਕੱਢਣਾ, ਕਿ ਇਹਨਾਂ ਅਸਥਾਨਾਂ ਤੇ ਹਉਮੈ ਤਾਂ ਖੱਟੀ ਜਾ ਸਕਦੀ ਹੈ, ਲੇਕਿਨ ਚੰਗਾ ਜੀਵਨ, ਰੱਬੀ ਗੁਣ, ਰੱਬ ਦੀ ਜਾਣਕਾਰੀ, ਰੱਬ ਦੇ ਨਾਲ ਮਿਲਾਪ, ਰੱਬ ਵਿੱਚ ਲੀਨ ਨਹੀਂ ਹੋਇਆ ਜਾ ਸਕਦਾ। ਜੇ ਸਤਿਗੁਰੂ ਦੀ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਨੂੰ ਵਿਚਾਰੀਏ, ਤੇ ਸਤਿਗੁਰੂ ਨੇ ਸਪਸ਼ਟ ਤੌਰ ਤੇ ਆਪਣੀ ਬਾਣੀ 'ਚ ਦਰਜ ਕੀਤਾ ਹੈ, ਸੂਹੀ ਰਾਗ ਵਿੱਚ 353 ਨੰਬਰ ਅੰਕ ਦੇ ਉੱਪਰ, ਸੱਚਾ ਤੀਰਥ ਜਿਤ ਸਤ ਸਰ ਨਾਵਣ। ਅਸਲ ਤੀਰਥ ਉਹ ਹੈ ਜਿੱਥੇ ਸਤ ਸੰਗਤ ਹੈ, ਗੁਰੂ ਦੀ ਸੰਗਤ ਹੈ, ਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਾਮ ਬਾਣੀ ਨਾਲ ਪਿਆਰ, ਨਾਮ ਬਾਣੀ ਦਾ ਜਾਪ ਤੇ ਗੁਰੂ ਦੇ ਸਨਮੁਖ ਹੋਣਾ, ਉਸ ਦੀ ਜ਼ਿਕਰ ਕਰਦੇ ਹੋਏ ਸਤਿਗੁਰੂ ਜੀ ਕਹਿੰਦੇ ਨੇ, ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ 부ਝਾਏ। ਇਸ ਗੱਲ ਨੂੰ ਸਮਝ ਗੁਰਬਾਣੀ ਦਿੰਦੀ ਹੈ, ਇੱਥੇ ਗੁਰਮੁਖ, ਗੁਰਬਾਣੀ ਨੇ ਸਮਝਾਣਾ ਹੈ। 68 ਤੀਰਥ ਗੁਰ ਸ਼ਬਦ ਦਿਖਾਏ, ਗੁਰੂ ਦਾ ਸ਼ਬਦ 68 ਤੀਰਥਾਂ ਤੋਂ ਵੀ ਕਿਤੇ ਵੱਧ ਜਿਹੜੀ ਗੱਲ ਮੰਨੀ ਜਾਂਦੀ ਹੈ, ਮਨੌਤ ਹੈ, ਜਿਸ ਗੱਲ ਦੇ ਕੋਈ ਅਰਥ ਨਹੀਂ ਨੇ, ਉਹਨਾਂ ਤੋਂ ਤਾਂ ਕੁਝ ਪ੍ਰਾਪਤ ਹੋਏਗਾ ਕਿ ਨਹੀਂ ਹੋਏਗਾ, ਲੇਕਿਨ ਗੁਰ ਸ਼ਬਦ, ਗੁਰੂ ਦਾ ਤਰੀਕਾ ਜਿਹੜਾ ਸ਼ਬਦ ਵਿੱਚ ਦਿੱਤਾ ਗਿਆ, ਇੱਥੇ ਗੁਰ ਹੈ, ਗੁਰ ਦਾ ਮਤਲਬ ਹੈ ਗੁਰੂ ਦਾ ਤਰੀਕਾ, ਗੁਰ ਸ਼ਬਦ ਵਿੱਚ ਦਿੱਤਾ ਗਿਆ ਹੈ। ਤਿਤ ਨਹਾਤੇ ਮਲ ਜਾਏ, ਇਹਦੇ ਨਹਾਣ ਦੇ ਨਾਲ ਭਾਵ ਸ਼ਬਦ ਦੇ ਵਿੱਚ ਨਹਾਣ ਦੇ ਨਾਲ, ਸਤ ਸੰਗਤ ਵਿੱਚ, ਗੁਰੂ ਕੀ ਸੰਗਤ ਵਿੱਚ ਸਾਡੀ ਮਨ ਦੀ ਮੈਲ ਖਤਮ ਹੋ ਜਾਂਦੀ ਹੈ। ਹੁਣ ਜੋ ਸਾਡੇ ਭੁਲੇਖੇ ਹਨ, ਪਾਏ ਜਾਂਦੇ ਹਨ, ਪਾਏ ਗਏ ਹਨ, ਜਾਂ ਅੱਜ ਵੀ ਪਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੇ ਤੇ ਸੂਝਵਾਨ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝ ਲਿਆ ਹੈ, ਉਹਨਾਂ ਨੇ ਤੇ ਇਸ ਤੋਂ ਮੁਕਤੀ ਸ਼ਾਇਦ ਪਾ ਲਈ ਹੋਵੇ, ਕਈ ਵਾਰੀ ਨਹੀਂ ਵੀ ਪਾਈ ਜਾਂਦੀ, ਕਿਉਂਕਿ ਦੋ ਤਿੰਨ ਚੀਜ਼ਾਂ ਮਨੁੱਖ ਦੇ ਹਿਰਦੇ 'ਚ ਕੰਮ ਕਰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਨੇ ਸਮਝਣੀਆਂ ਬਹੁਤ ਜ਼ਰੂਰੀ ਨੇ। ਉਹਨਾਂ ਨੂੰ ਅਸੀਂ ਸਦ ਬਾਣੀ ਦੇ ਵਿੱਚ ਜਿਹੜੇ ਭੁਲੇਖੇ ਨੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਬਾਣੀ 'ਚ ਜਿਹੜੇ ਲਫ਼ਜ਼ ਆਏ ਨੇ ਨਾ, ਇਹਨਾਂ ਲਫ਼ਜ਼ਾਂ ਦੇ ਕਾਰਨ ਗੁਰਮਤਿ ਦੀ ਰੋਸ਼ਨੀ 'ਚ ਅਸੀਂ ਨਹੀਂ ਸਮਝਦੇ।
ਜੋ ਗੁਰੂ ਨਾਨਕ ਸਤਿਗੁਰੂ ਜੀ ਨੇ ਪਹਿਲੇ ਜਾਮੇ 'ਚ ਦਿੱਤਾ, ਜਿਸ ਦੀ ਅਸੀਂ ਇਸ ਦੇ ਵਿੱਚ ਵਿਚਾਰ ਵੀ ਕਰਾਂਗੇ। ਅਸੀਂ ਗੁਰਮਤ ਦੀ ਰੋਸ਼ਨੀ ਵਿੱਚ ਹਰ ਚੀਜ਼ ਨੂੰ ਦੇਖਣ ਦੀ ਥਾਂ ਤੇ ਮਨਮਤ ਦੀ, ਮਨ ਦੀ ਮਰਜ਼ੀ ਦੀ, ਦੁਨੀਆ ਦੀ ਮਰਜ਼ੀ ਦੀ, ਸੰਸਾਰ ਦੀ ਖੁਸ਼ ਕਰਨ ਦੀ ਮਰਜ਼ੀ ਦੇ ਵਿੱਚ ਅਸੀਂ ਬਾਰ-ਬਾਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਅਖੌਤੀ ਵਿਦਵਾਨ ਨੇ, ਉਹ ਜ਼ਿਆਦਾਤਰ ਉਹਨਾਂ ਸ਼ਬਦਾਂ ਨੂੰ ਅਨਮਤੀ ਸਨਾਤਨੀ ਵਿਚਾਰਧਾਰਾ ਨਾਲ, ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਜਿਹੜੇ ਅਖੌਤੀ ਵਿਚਾਰ ਨੇ ਉਹਨਾਂ ਨਾਲ ਜੋੜ ਕੇ ਦੇਖਦੇ ਨੇ, ਜਿਸ ਤਰ੍ਹਾਂ ਕੇਸ਼ਵ ਗੋਪਾਲ ਪੰਡਤ, ਹਰਸਰ, ਪਿੰਡ ਪੱਤਲ, ਪੁਰਾਣ, ਕਿਰਿਆ, ਦੀਵਾ, ਫੁੱਲ, ਬੇਬਾਨ ਆਦਿ ਦੇ ਗਲਤ ਅਰਥ ਕਰਦੇ ਹਨ। ਇਹਨਾਂ ਦੇ ਅਰਥ ਗਲਤ ਕਰਨ ਦੇ ਕਾਰਨ ਹਨ ਕਿ ਉਹ ਅਜੇ ਤੱਕ ਉਹਨਾਂ ਦੇ ਅੰਦਰ ਜਿਹੜੀ ਮਨਮਤ ਦੀ ਚਿੰਗਾਰੀ ਹੈ, ਉਹ ਕਿਧਰੇ ਨਾ ਕਿਧਰੇ ਜਲ ਰਹੀ ਹੁੰਦੀ ਹੈ, ਜਾਂ ਡਰ ਹੁੰਦਾ ਹੈ ਕਿ ਲੋਕੀ ਕੀ ਕਹਿਣਗੇ। ਇਸ ਕਾਰਨ ਉਹ ਇਹਨਾਂ ਚੀਜ਼ਾਂ ਨੂੰ, ਜਾਂ ਉਹਨਾਂ ਅਖੌਤੀ ਗਿਆਨੀਆਂ ਨੇ ਪ੍ਰਚਾਰ ਕੇ ਕੁਝ ਧਨ ਪੰਡਤਾਂ ਵਕਣ ਕਮਾਣਾ ਹੁੰਦਾ ਹੈ, ਗੁਰਮਤ ਦੀ ਵਿਚਾਰਧਾਰਾ ਦੇ ਨਾਲ ਪੂਰਨ ਤੌਰ ਤੇ ਅਨਿਆਂ ਕਰਦੇ ਹਨ। ਇਸ ਨੂੰ ਅਸੀਂ ਸਮਝਣਾ ਹੈ, ਤੇ ਆਪਾਂ ਜਦ ਸੱਦ ਦੀ ਬਾਣੀ ਵਿਚਾਰਾਂਗੇ, ਇਹਨਾਂ ਨੂੰ ਹੋਰ ਖੁੱਲ ਕੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰਸਿੱਖ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸੂਝ ਦੇ ਨਾਲ ਸਰਦਾ ਰੱਖੇ। ਹਾਲਾਂਕਿ ਇਹ ਪ੍ਰਚਾਰਿਆ ਜਾਂਦਾ ਹੈ ਭਰੋਸਾ, ਸ਼ਰਧਾ ਹੋਣੀ ਚਾਹੀਦੀ, ਲੇਕਿਨ ਆਪਣੀ ਅਰਦਾਸ ਪੜ੍ਹਦਿਆਂ ਹੋਇਆਂ ਕਦੀ ਇਹ ਨਹੀਂ ਵਿਚਾਰਦੇ ਕਿ ਪਹਿਲਾਂ ਵਿਵੇਕ ਕਿਉਂ ਰੱਖਿਆ ਗਿਆ। ਜਿੱਥੇ ਸਰੀਰ ਦੀ ਕਿਰਿਆ ਦੇ ਵਾਸਤੇ 3 ਰਹਿਤ ਦਿੱਤੀਆਂ ਹਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਉੱਥੇ ਨਾਲ 3 ਮਨ ਦੀਆਂ ਜਿਹੜੀਆਂ ਰਹਿਤਾਂ ਸਮਝਾਈਆਂ ਨੇ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਵਿਵੇਕ ਦਾਨ ਦੀ ਪਰਿਭਾਸ਼ਾ ਨੂੰ ਅਸੀਂ ਛੱਡ ਦਿੰਦੇ ਹਾਂ, ਜਾਂ ਛੱਡਦੇ ਜਾ ਰਹੇ ਹਾਂ, ਜਾਂ ਛੱਡਣ ਦੇ ਰਾਹ ਤੇ ਤੁਰੇ ਹੋਏ ਹਾਂ। ਇੱਥੇ ਸਤਿਗੁਰੂ ਜੀ ਸਾਨੂੰ ਸਭ ਤੋਂ ਪਹਿਲਾਂ ਵਿਵੇਕ ਦੀ ਗੱਲ ਕਰਦੇ ਨੇ। ਕਬੀਰ ਜੀ ਵੀ ਆਪਣੀ ਬਾਣੀ 'ਚ ਇਸ ਦਾ ਜ਼ਿਕਰ ਕਰਦੇ ਨੇ ਕਿ ਮੇਰਾ ਜਿਹੜਾ ਗੁਰੂ ਹੈ, ਮੈਂ ਐਸਾ ਗੁਰੂ ਪਾਇਆ ਜਾਂ ਕਾ ਨਾਉ ਵਿਵੇਕੋ। ਕਿਉਂਕਿ ਮੈਂ ਕਈਆਂ ਨੂੰ ਦੇਖਿਆ ਵਿਵੇਕੀ ਕਹਾਣ ਦਾ ਸ਼ੌਕ ਹੈ ਉਹਨਾਂ ਨੂੰ, ਲੇਕਿਨ ਵਿਵੇਕ ਦੇ ਨੇੜੇ ਨਹੀਂ ਹਨ। ਉਹ ਫਿਰ ਉਹਨਾਂ ਵਹਿਮਾਂ ਭਰਮਾਂ 'ਚ ਹੀ ਪਲ ਰਹੇ ਹਨ। ਹੁਣ ਗੁਰੂ ਅਮਰਦਾਸ ਪਾਤਸ਼ਾਹ ਬਾਣੀ 'ਚ ਕੀ ਉਪਦੇਸ਼ ਕਰਦੇ ਨੇ, ਸਾਨੂੰ ਕਦੀ ਉਹਦੇ ਵੱਲ ਧਿਆਨ ਨਹੀਂ ਗਿਆ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠਾ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਇਹ ਵਾਰਵਡ ਹੰਸ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਸਾਡੀ ਝੋਲੀ 'ਚ ਗਿਆਨ ਪਾ ਰਹੇ ਨੇ ਕਿ ਬਿਨਾਂ ਸ਼ਬਦ ਵਿਚਾਰ ਦੇ ਅਸੀਂ ਇਹਨਾਂ ਝਗੜਿਆਂ ਤੋਂ ਮੁਕਤ ਨਹੀਂ ਹੋ ਸਕਦੇ। ਇਹ ਝਗੜੇ ਕਿਉਂ ਨੇ? ਝਗੜਾ ਕਰਦਿਆਂ ਅੰਦਿਨ ਗੁਦਰੈ, ਸ਼ਬਦ ਨਾ ਕਰੇ ਵਿਚਾਰ। ਇਹਨਾਂ ਚੀਜ਼ਾਂ ਨੂੰ ਅਸੀਂ ਬਾਰ-ਬਾਰ ਜਦ ਅਰਥਾਂ ਦੇ ਨਾਲ ਪੜਾਂਗੇ ਨਹੀਂ, ਤਦ ਤੱਕ ਆਪਣੇ ਜੀਵਨ ਵਿੱਚ ਹੋ ਰਹੀਆਂ ਗਲਤੀਆਂ ਤੇ ਧਿਆਨ ਨਹੀਂ ਜਾਏਗਾ। ਕਈ ਵਾਰੀ ਕਈ ਵੀਰ ਕਹਿੰਦੇ ਨੇ ਰਿਪੀਟੇਸ਼ਨ ਦੀ ਲੋੜ ਨਹੀਂ। ਮੈਂ ਇਹ ਕਹਿੰਦਾ ਇਸ ਕਰਕੇ ਰਿਪੀਟੇਸ਼ਨ ਦੀ ਲੋੜ ਹੈ ਕਿ ਮਨੁੱਖ ਦੀ ਬਿਰਤੀ ਭੁੱਲਣ ਵਾਲੀ ਹੈ, ਉਹ ਬਾਰ-ਬਾਰ ਭੁੱਲਦਾ ਹੈ। ਤੇ ਜਪ ਗੁਰਬਾਣੀ ਦਾ ਕਰਨਾ ਹੈ। ਸਾਰਿਆਂ ਨੂੰ ਮੈਂ ਸਟੇਜ ਤੇ ਵੀ ਬੇਨਤੀ ਕਰਦਾ ਹਾਂ, ਸਿੱਖ ਦਾ ਜਪ ਗੁਰਬਾਣੀ ਹੈ, ਸਿਮਰਨ ਸਤਨਾਮ ਵਾਹਿਗੁਰੂ ਦਾ ਹੈ, ਵਾਹਿਗੁਰੂ ਦਾ ਹੈ, ਤੇ ਤਪ ਗੁਰਬਾਣੀ ਤੇ ਚੱਲਣਾ ਹੈ। ਗੁਰਬਾਣੀ ਨੂੰ ਵਿਚਾਰ ਕੇ ਉਸ ਤੇ ਅਮਲ ਕਰਨਾ। ਸੰਸਾਰ ਵਿੱਚ ਸਿੱਖ ਦਾ ਤਪ ਹੈ। ਸੰਸਾਰ ਦੇ ਲੋਕਾਂ ਦੇ ਹਰੇਕ ਵਿਚਾਰਧਾਰਾ ਦੇ ਵੱਖਰੇ ਵੱਖਰੇ ਤਪ ਹੋਣਗੇ, ਉਹ ਕਰਦੇ ਹਨ, ਲੇਕਿਨ ਸਿੱਖ ਦਾ ਤਪ ਗੁਰਬਾਣੀ ਤੇ ਵਿਚਾਰ ਕੇ ਜੀਵਨ ਦੇ ਵਿੱਚ ਅਮਲ ਕਰਨਾ ਹੈ।
ਸੋ ਇਸ ਲਈ ਸਾਡੇ ਲਈ ਸਭ ਤੋਂ ਜ਼ਰੂਰੀ ਜਿਹੜੀ ਹੈ ਉਹ ਸੂਝ ਹੈ, ਵਿਵੇਕ ਹੈ, ਵਿਚਾਰ ਹੈ। ਸਤ ਸੰਤੋਖ ਵਿਚਾਰੋ ਦੀ ਪਰਿਭਾਸ਼ਾ ਸਾਡੇ ਸਾਹਮਣੇ ਸਤਿਗੁਰ ਨੇ ਵਧਾਉਣੀ ਵਿੱਚ ਵੀ ਰੱਖ ਦਿੱਤਾ ਹੈ, ਜੋ ਸਾਨੂੰ ਸਮਝਣਾ ਚਾਹੀਦਾ, ਜੋ ਕਿ ਆਮ ਕਰਕੇ ਅਸੀਂ ਸਮਝਣ ਤੋਂ ਦੂਰ ਹੋ ਗਏ ਹਾਂ। ਜਿਹੜਾ ਵਿਵੇਕ ਦਾਨ ਅਸੀਂ ਮੰਗਦੇ ਹਾਂ, ਵਿਸਾਹ ਦਾਨ ਮੰਗਦੇ ਹਾਂ, ਭਰੋਸਾ ਦਾਨ ਮੰਗਦੇ ਹਾਂ, ਇਹਨਾਂ ਨੂੰ ਅਮਲ ਵਿੱਚ ਨਹੀਂ ਲਿਆਂਦੇ। ਦਾਨ ਤੇ ਮੰਗ ਲਿਆ, ਕਿਸੇ ਕੋਲੋਂ ਅਸੀਂ ਵਸਤੂ ਮੰਗ ਕੇ ਲਿਆਂਦੀ, ਜੇ ਉਹਨੂੰ ਵਰਤਿਆ ਹੀ ਨਹੀਂ, ਉਹਨੂੰ ਵਰਤੋਂ ਵਿੱਚ ਨਹੀਂ ਲਿਆਂਦਾ, ਤੇ ਉਸ ਦਾਨ ਨੂੰ ਜਾਂ ਉਸ ਅਰਦਾਸ ਦਾ ਕੀ ਅਰਥ ਹੈ? ਜਿਸ ਅਰਦਾਸ ਨੂੰ ਕਰ ਰਿਹਾ ਉਸ ਤੇ ਕੋਈ ਕਾਰਜ ਨਹੀਂ ਕੀਤਾ, ਅਮਲ ਨਹੀਂ ਕੀਤਾ, ਤੇ ਉਸ ਦਾ ਕੀ ਅਰਥ ਹੈ? ਸਤਿਗੁਰ ਜੀ ਬਾਣੀ ਰਾਹੀਂ ਇਹਨਾਂ ਚੀਜ਼ਾਂ ਨੂੰ ਪੂਰਨ ਤੌਰ ਤੇ ਖੁਲਾਸੇ ਕਰਦੇ ਹਨ। ਸੋ ਇਸ ਬਾਣੀ ਨੂੰ ਵਿਚਾਰਨ ਲਈ ਬਹੁਤ ਜ਼ਰੂਰੀ ਹੈ ਕਿ ਪਾਠ ਕਰਨ ਦੇ ਨਾਲ ਨਾਲ ਉਸ ਸਮੇਂ ਵਿਚਾਰੀਏ ਕਿ ਇਸ ਬਾਣੀ ਸਤਿਗੁਰੂ ਜੀ ਸਾਨੂੰ ਉਪਦੇਸ਼ ਕੀ ਕਰ ਰਹੇ ਨੇ। ਕਿਉਂਕਿ ਪ੍ਰਚਲਿਤ ਅਨਮਤੀ ਵਿਚਾਰਧਾਰਾ ਵਿੱਚ, ਸਨਾਤਨੀ ਵਿਚਾਰਧਾਰਾ ਵਿੱਚ, ਉਹਨਾਂ ਦੀ ਕਿਰਿਆ ਦੇ ਵਿੱਚ ਭਾਂਡੇ ਦੇਣੇ, ਲੇਫ ਦੇਣੇ, ਤਲਾਈਆਂ ਦੇਣੀਆਂ, ਫਰੂਟ ਦੇਣੇ, ਟੋਕਰੇ, ਹੋਰ ਕਈ ਵਸਤੂਆਂ ਦੇਣ ਦਾ ਉਹਨਾਂ ਦਾ ਨਿਯਮ ਹੈ। ਅਸੀਂ ਵੀ ਉਹਨਾਂ ਦੇ ਤਰੀਕੇ ਰਾਹੀਂ ਗੁਰਮਤ ਦੇ ਨਾਮ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਵੀ ਰੱਖ ਦਿੰਦੇ ਹਾਂ। ਕਈਆਂ ਨੂੰ ਤੇ ਦੇਖਿਆ ਜੁੱਤੀਆਂ ਵੀ ਲਿਆ ਕੇ ਰੱਖ ਦਿੰਦੇ ਆ। ਲੇਕਿਨ ਗੁਰਬਾਣੀ 'ਚ ਜੋ ਸਤਿਗੁਰ ਨੇ ਵਸੀਅਤ ਦਿੱਤੀ ਹੈ ਉਸ ਨੂੰ ਨਹੀਂ ਵਿਚਾਰਦੇ। ਕਰਮ ਕਾਂਡ ਉਹਨਾਂ ਦੇ ਹਿਰਦੇ 'ਚ ਘਰ ਕਰ ਚੁੱਕਾ ਹੈ, ਕਿਉਂਕਿ ਉਹਨਾਂ ਦਾ ਤੇ ਜਿਹੜਾ ਅੰਤਮ ਕਿਰਿਆ ਕਰਾਉਣ ਵਾਲਾ ਪੰਡਤ ਹੈ ਉਹ ਆਚਾਰਜੀ ਕਿਹਾ ਜਾਂਦਾ ਹੈ। ਆਚਾਰਜੀ ਨੂੰ ਜਿਹੜਾ ਮ੍ਰਿਤਕ ਸੰਸਕਾਰ ਕਰਾਉਂਦਾ ਹੈ ਅਨਮਤੀ ਵਿਚਾਰਧਾਰਾ ਦਾ, ਤੇ ਸਿੱਖਾਂ ਦਾ ਤੇ ਕੋਈ ਵੱਖਰਾ ਵੱਖਰਾ ਗ੍ਰੰਥੀ ਨਹੀਂ ਹੈ। ਗ੍ਰੰਥੀ ਤੇ ਅਸੀਂ ਬਣਾ ਲਿਆ, ਚਲੋ ਅਸੀਂ ਇਸ ਨੂੰ ਇੱਕ ਉਪਾਧੀ ਦੇ ਦਿੱਤੀ, ਕਿਉਂਕਿ ਅੱਜ ਕੱਲ ਕੰਮ ਕਾਰਾਂ ਕਰਕੇ ਸਾਡੇ ਕੋਲ ਸਮੇਂ ਨਹੀਂ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨ ਦੇ। ਤੇ ਸਤਿਗੁਰੂ ਜੀ ਉਹਨਾਂ ਸਾਰੀ ਕਿਰਿਆਵਾਂ ਤੋਂ ਸਾਨੂੰ ਬੜੀ ਖੂਬਸੂਰਤੀ ਦੇ ਨਾਲ ਪਰਮਾਤਮਾ ਦੇ ਨਾਮ ਲਈ ਵਰਤ ਰਹੇ। ਜਿਸ ਤਰ੍ਹਾਂ ਕਈ ਚੀਜ਼ਾਂ ਨੂੰ ਪਰਮਾਤਮਾ ਦੇ ਨਾਂ ਲਈ ਵਰਤਿਆ, ਥਿੱਤੀਆਂ ਨੂੰ, ਵਾਰਾਂ ਨੂੰ, ਮਹੀਨਿਆਂ ਨੂੰ, ਸਾਲਾਂ ਨੂੰ, ਜੀਵਨ ਵਿੱਚ ਘੋੜੀਆਂ ਨੂੰ, ਟੱਪਿਆਂ ਨੂੰ, ਕਈ ਚੀਜ਼ਾਂ ਜਿਹੜੀਆਂ ਕੁਚੱਜੀ ਸੁਚੱਜੀ, ਇਹਨਾਂ ਸਿਰਲੇਖ ਹੇਠ ਬਾਣੀਆਂ ਤਾਂ ਦਰਜ ਕੀਤੀਆਂ ਕਿ ਸਾਨੂੰ ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਮਿਲਾਪ ਦੀ ਸਮਝ ਆ ਸਕੇ। ਹੁਣ ਉਸ ਪਰਿਭਾਸ਼ਾ ਨੂੰ ਤਦ ਸਮਝ ਸਕਦੇ ਹਾਂ ਜਦ ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਗਿਆ ਦੇ ਅੰਦਰ ਸਤਿਗੁਰ ਨੇ ਸਪਸ਼ਟ ਕੀਤੀ ਹੈ ਔਰ ਬਾਣੀ ਉੱਥੇ ਉਚਾਰਨ ਕੀਤੀ। ਉੱਥੇ ਦੇ ਪਾਂਡਿਆਂ ਨੂੰ ਸਮਝਾਉਣ ਦੀ ਜਿਹੜੀ ਗੱਲ ਕਹੀ, ਦੀਵਾ ਮੇਰਾ ਏਕੋ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੁੱਕਾ ਜਮ ਸਿਉ ਮੇਲ। ਹੁਣ ਸਤਿਗੁਰੂ ਜੀ ਰਾਹੋਂ ਦੇ ਮਨ ਵਿੱਚ ਜਿਹੜਾ ਸੈਂਟਰਲ ਆਈਡੀਆ ਦੇ ਰਹੇ ਨੇ ਉਹ ਬਾਕਮਾਲ ਤਰੀਕੇ ਨਾਲ ਸਾਨੂੰ ਸਮਝਾ ਰਹੇ ਨੇ। ਲੋਕਾ ਮਤ ਕੋ ਫੱਕੜ ਪਾਏ, ਲਖਮਣੀਆਂ ਕਰ ਇਕੱਠੇ, ਏਕ ਰਤੀ ਲੈ ਭਾਹੈ ਰਹਾਓ। ਜੇ ਮੇਰੀ ਗੱਲ ਨੂੰ ਕੋਈ ਐਵੇਂ ਫੋਕੀ ਗੱਲ ਨਾ ਸਮਝ ਲੈਣਾ, ਜੋ ਮੈਂ ਕਹਿ ਰਿਹਾ ਇਹਦਾ ਮਜ਼ਾਕ ਉਡਾਉਣ ਦੇ ਵਾਸਤੇ ਤੁਸੀਂ ਮਜ਼ਾਕ ਉਡਾ ਰਹੇ ਹੋ, ਇਹ ਮਜ਼ਾਕ ਨਹੀਂ ਹੈ। ਜਿਸ ਤਰ੍ਹਾਂ ਲੱਕੜਾਂ ਦੇ ਢੇਰ ਨੂੰ ਇੱਕ ਮਾਚਿਸ ਦੀ ਤੀਲੀ ਪਤਾ ਨਹੀਂ ਕਿੰਨੇ ਹੀ ਲੱਕੜਾਂ ਦੇ ਢੇਰ ਨੂੰ ਸੁਆਹ ਕਰ ਦਿੰਦੀ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦੇ ਗੁਣ ਅਤੇ ਪ੍ਰਮਾਤਮਾ ਦਾ ਨਾਮ ਸਾਡੇ ਅੰਦਰ ਦੀ ਮੈਲ ਔਗਣ ਨੂੰ ਸਮਾਪਤ ਕਰ ਦਿੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲੇ ਬੰਦ ਦੇ ਵਿੱਚ, ਦੀਵਾ ਮੇਰਾ
ਏਕੋ ਨਾਮ ਦੁੱਖ ਵਿੱਚ ਪਾਇਆ ਤੇਲ। ਮੈਂ ਤੇ ਨਾਮ ਦਾ ਦੀਵਾ ਬਾਲ ਰਿਹਾ। ਇਹ ਦੀਵਾ ਇਸ ਕਰਕੇ ਬਾਲ ਰਿਹਾ ਕਿ ਸੰਸਾਰਕ ਦੁੱਖਾਂ ਨੂੰ ਤੇਲ ਬਣਾ ਕੇ ਇਸ ਦੇ ਵਿੱਚ ਪਾਤਾ। ਇਹਨਾਂ ਦੀ ਵਰਤੋਂ ਸਾਰੇ ਸੰਸਾਰਕ ਦੁੱਖਾਂ ਦੀ ਮੈਂ ਪ੍ਰਮਾਤਮਾ ਦੇ ਨਾਮ ਜਪਣ ਲਈ ਵਰਤ ਰਿਹਾ ਹਾਂ। ਉਨ ਚਾਨਣ ਉਹ ਸੋਖਿਆ, ਚੁੱਕਾ ਜਮਸਿਉ ਮੇਲ। ਹੁਣ ਮੇਰੇ ਵਿਸ਼ੇ ਵਿਕਾਰਾਂ ਰੂਪੀ ਜਮਾ ਤੋਂ ਛੁਟਕਾਰਾ ਹੋ ਗਿਆ ਹੈ, ਕਿਉਂਕਿ ਸੰਸਾਰ ਦੇ ਦੁੱਖਾਂ ਦੇ ਕਾਰਨ ਮੇਰੇ ਅੰਦਰ ਜਿਹੜੇ ਭਟਕਣਾ ਸਨ, ਭੁਲੇਖੇ ਸਨ, ਉਹ ਸਭ ਕੁਝ ਜਿਸ ਤਰ੍ਹਾਂ ਦੀਵੇ ਵਿੱਚ ਬੱਤੀ ਰਾਹੀਂ ਤੇਲ ਬਲਦਾ ਜਾਂਦਾ ਹੈ ਤੇ ਵੱਟੀ ਵੀ ਬਲਦੀ ਜਾਂਦੀ ਹੈ, ਤੇ ਮਨੁ ਗੁਰਬਾਣੀ ਦੇ ਚਾਨਣ ਵਿੱਚ ਉਹ ਸਭ ਕੁਝ ਮੁੱਕਦਾ ਹੋਇਆ ਨਜ਼ਰ ਆ ਰਿਹਾ ਹੈ, ਜਿਨ੍ਹਾਂ ਦੇ ਕਾਰਨ ਮੈਂ ਰੱਬ ਜੀ ਦੇ ਸਿਮਰਨ, ਗੁਰੂ ਦੀ ਸਤ ਸੰਗਤ, ਗੁਰਬਾਣੀ ਦੀ ਵਿਚਾਰ ਤੋਂ ਸਖਣਾ ਹਾਂ। ਪਿੰਡ ਪੱਤਲ ਮੇਰੀ ਕੇਸਵ, ਹੁਣ ਇੱਥੇ ਵੀ ਕੇਸਵ ਦਾ ਜ਼ਿਕਰ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਪਿੰਡ ਪੱਤਲ ਤੁਸੀਂ ਕਰਦੇ ਹੋ, ਇਹਨਾਂ ਬਾਰੇ ਅਸੀਂ ਅੱਗੇ ਚੱਲ ਕੇ ਵਿਚਾਰਾਂਗੇ। ਮੇਰਾ ਤੇ ਇਹ ਰੱਬ ਜੀ ਹੈ, ਰੱਬ ਜੀ ਦਾ ਨਾਮ ਹੈ, ਇਹ ਮੇਰਾ ਆਧਾਰ, ਕਿਉਂਕਿ ਰੱਬ ਜੀ ਮੇਰੇ ਆਧਾਰ ਹਨ, ਮੇਰੀ ਸਤਿਆ ਹਨ, ਮੇਰੇ ਵਿੱਚ ਉਹਨਾਂ ਦਾ ਵਾਸਾ ਹੈ, ਮੈਂ ਉਹਨਾਂ ਦੇ ਆਧਾਰ ਤੇ ਜੀਵਨ ਜੀ ਰਿਹਾ। ਸੋ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਬੜੀ ਹੀ ਖੂਬਸੂਰਤੀ ਦੇ ਨਾਲ ਅੱਗੇ ਗੱਲ ਨੂੰ ਵਧਾਉਂਦੇ ਹਨ। ਇੱਥੇ ਉੱਥੇ ਆਗਿਆ ਪਾਤਸ਼ਾਹ ਇਹ ਮੇਰਾ ਆਧਾਰ। ਇੱਕ ਜਗ੍ਹਾ ਆਧਾਰ ਨਹੀਂ ਹੈ, ਉਹ ਇੱਥੇ ਵੀ ਆਧਾਰ ਹੈ, ਤੇ ਮੇਰੇ ਜੀਵਨ ਦੇ ਵਿੱਚ ਹਰ ਆਉਣ ਵਾਲੇ ਸਵਾਸ ਸਾਰੇ ਹੀ ਰੱਬ ਜੀ ਦੇ ਆਧਾਰ ਤੇ ਹੀ ਚੱਲ ਰਹੇ ਨੇ। ਜੀਵਨ ਦੀ ਜੀਣ ਦੀ ਪਰਿਭਾਸ਼ਾ, ਮੁਕਤੀ ਦੀ ਪਰਿਭਾਸ਼ਾ, ਵਿਸ਼ੇ ਵਿਕਾਰਾਂ ਤੋਂ ਮੁਕਤੀ ਦੀ ਪਰਿਭਾਸ਼ਾ ਰੱਬ ਜੀ ਦੇ ਕਾਰਨ ਹੀ ਮੈਨੂੰ ਗਿਆਨ ਮਿਲਿਆ ਹੈ, ਇਹੀ ਆਧਾਰ ਬਣਿਆ ਹੈ। ਔਰ ਜਿਨ੍ਹਾਂ ਦੇ ਵਿੱਚ ਲੋਕ ਫਸੇ ਨੇ, ਉਹ ਸਭ ਕੁਝ ਮੈਂ ਪਿੱਛੇ ਛੱਡ ਆਇਆ ਹਾਂ, ਬਹੁਤ ਦੂਰ ਮੇਰੇ ਤੋਂ ਹੋ ਗਏ ਨੇ। ਮੈਂ ਹੁਣ ਇਹਨਾਂ ਨੂੰ ਜਿਹੜੇ ਪਖੰਡ ਨੇ, ਭੁਲੇਖੇ ਨੇ, ਇਹ ਕਿਰਿਆਵਾਂ ਜਿਹੜੀਆਂ ਗੁਰੂ ਪੁਰਾਣ ਦੀਆਂ ਲੋਕ ਕਰ ਰਹੇ ਨੇ, ਕਿਉਂਕਿ ਗਿਆ ਵਿੱਚ ਪਿੰਡ ਦਾਨ ਲੋਕ ਕਰਾਉਣ ਜਾਂਦੇ ਸਨ, ਹਰਿਆਣੇ ਵਿੱਚ ਭੇਵੇ ਵਿੱਚ ਕਰਾਉਂਦੇ ਹਨ, ਹਰਿਦੁਆਰ ਕਰਾਉਂਦੇ ਹਨ, ਬਨਾਰਸ ਕਰਾਉਂਦੇ ਹਨ। ਇਹ ਵੱਖ-ਵੱਖ ਥਾਵਾਂ ਬਣਾ ਰੱਖੀਆਂ ਨੇ ਜਿੱਥੇ ਪਿੰਡ ਦਾਨ ਕਰਨ ਜਾਂਦੇ ਹਨ। ਪਾਓ ਉਹ ਲੋਕ ਸਮਝਦੇ ਹਨ ਕਿ ਮਰਨ ਤੋਂ ਬਾਅਦ ਵੀ ਉਹ ਲੋਕ ਭਟਕ ਰਹੇ ਹਨ, ਤੇ ਇਹ ਗੰਗਾ, ਬਨਾਰਸ, ਇਹ ਸਿਫਤੀ ਪ੍ਰਮਾਤਮਾ ਦੀ ਸਿਫਤੀ ਸਾਡੇ ਲਈ ਗੰਗਾ ਹੈ, ਸਾਡੇ ਲਈ ਬਨਾਰਸ ਹੈ, ਸਾਡੇ ਲਈ ਨਾਵੇਂ ਆਤਮ ਰਾਓ। ਨਾਮ ਹੀ ਸਾਡੇ ਆਤਮਾ ਦੀ ਤਾਕਤ ਹੈ, ਔਰ ਰੱਬੀ ਗੁਣਾ ਵਿੱਚ ਲੀਨ ਹੋਣਾ ਸਾਡਾ ਮਕਸਦ ਹੈ। ਸੱਚਾ ਨਹਾਵਣ ਤਾਂ ਥੀਏ। ਅਸਲ ਇਸ਼ਨਾਨ ਕਿਹੜਾ ਹੈ? ਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਸਾਨੂੰ ਸਮਝਾਇਆ ਹੈ, ਪੜ੍ਹਦੇ ਵੀ ਹਾਂ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਇਹਨਾਂ ਦਾ ਜ਼ਿਕਰ ਬਾਣੀ 'ਚ ਬਾਰ-ਬਾਰ ਸਤਿਗੁਰੂ ਜੀ ਨੇ ਕੀਤਾ ਹੈ। ਇੱਥੇ ਵੀ ਸਤਿਗੁਰੂ ਜੀ ਕਰ ਨੇ, ਸੱਚਾ ਨਹਾਵਣ, ਸੱਚਾ ਨਹਾਵਣ ਤਾਂ ਥੀਏ। ਅਸਲ ਨਹਾਣਾ ਤਾਂ ਹੀ ਸਫਲ ਹੈ ਜਾਂ ਅਹਨਸ ਲਾਗੇ ਪਾਓ। ਦਿਨ ਔਰ ਰਾਤ ਪ੍ਰੇਮਾ ਰੂਪੀ ਡਰ ਰੱਬ ਜੀ ਦਾ ਸਾਡੇ ਅੰਦਰ ਵਸੇ, ਕਿ ਰੱਬ ਕੀ ਕਹੇਗਾ। ਜੇ ਰੱਬ ਜੀ ਨੇ ਮਨੁੱਖਾ ਜੀਵਨ ਦਿੱਤਾ ਹੈ ਤੇ ਇੱਕ ਮਕਸਦ ਲਈ ਦਿੱਤਾ ਹੈ, ਉਸ ਮਕਸਦ ਨੂੰ ਗੁਰਬਾਣੀ ਵਿੱਚ ਵੀ ਰੱਖਿਆ ਹੈ। ਬਾਅਦ ਦੇ ਗੁਰੂ ਸਾਹਿਬਾਨਾਂ ਨੇ, ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਸਾਡੇ ਵਰਗੇ ਸਾਰੇ ਵਿਚਾਰਵਾਨ ਵੀ ਗੁਰੂ ਦੀ ਸੰਗਤ ਨੂੰ ਛੱਡ ਕੇ ਸੰਸਾਰੀ ਗੱਲਾਂ ਵਿੱਚ ਉਲਝ ਜਾਂਦੇ ਹਨ, ਜਿਨ੍ਹਾਂ ਦੇ ਕਾਰਨ ਗੁਰੂ ਗ੍ਰੰਥ ਸਾਹਿਬ ਦੀ, ਗੁਰਬਾਣੀ ਦੀ ਸੰਗਤ ਭੁੱਲ ਜਾਂਦੇ ਹਨ। ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ, ਜਿਸ ਤਰ੍ਹਾਂ ਹੁਣ ਸਾਰੇ ਵੀਰ ਬੈਠ ਕੇ ਸ਼ਬਦ ਦੀ ਵਿਚਾਰ ਵਿੱਚ ਜੁੜੇ ਹੋ,
ਜਦ ਤੱਕ ਗੁਰਬਾਣੀ ਦੇ ਅੰਦਰ ਦੇ ਜੋ ਗੁੱਝੇ ਭੇਦ ਨੇ ਆਪਸ ਵਿੱਚ ਵਿਚਾਰ ਕੇ ਨਹੀਂ ਅਸੀਂ ਇਹਨੂੰ ਸੋਲਵ ਕਰਦੇ, ਕਿਉਂਕਿ ਕੁਝ ਵਿਚਾਰਾਂ ਦਾਸ ਦੇਗਾ, ਕੁਝ ਵਿਚਾਰਾਂ ਤੁਹਾਡੇ ਕੋਲ ਆ ਜਾਣਗੀਆਂ ਸਵਾਲ ਦੇ ਰੂਪ ਵਿੱਚ, ਫਿਰ ਹੋਰ ਘੋਖ ਕੀਤੀ ਜਾਏਗੀ, ਹੋਰ ਸੁਧਾਈ ਕੀਤੀ ਜਾਏਗੀ। ਇਸ ਲਈ ਬਾਰ-ਬਾਰ ਸ਼ਬਦ ਦੀ ਵਿਚਾਰ ਤੇ ਗੁਰਬਾਣੀ ਪੜ੍ਹਨੀ ਬਹੁਤ ਜ਼ਰੂਰੀ ਹੈ। ਤੇ ਇਹ ਅਸਲ ਇਸ਼ਨਾਨ ਤੇ ਨਾਮ ਗੁਰਬਾਣੀ ਦੀ ਪੜ੍ਹਨਾ ਹੈ, ਗੁਰਬਾਣੀ ਨੂੰ ਵਿਚਾਰਨਾ ਹੈ। ਤੇ ਅਸਲ ਤੀਰਥ ਵੀ ਸਤਿਗੁਰ ਨੇ ਬਾਣੀ 'ਚ ਇਹੀ ਕਿਹਾ ਹੈ, ਔਰ ਸਤਿਗੁਰ ਨੂੰ ਹੀ ਤੀਰਥ ਮੰਨਿਆ ਹੈ। ਸਤਿਗੁਰੂ ਤੀਰਥ ਛਾੜ ਕੇ 68 ਤੀਰਥ ਨਹਾਵਣ ਜਾਏ, ਬਗਲ ਸਮਾਦ ਲਗਾਏ ਕੇ ਜਿਉ ਜਲ ਜਨਤਾ ਜੀਆਂ ਘੁੱਟ ਘੁੱਟ ਖਾਈ। ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਹੈ, ਪਾਓ ਸਤਿਗੁਰੂ ਗੁਰਬਾਣੀ ਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਲੱਗ ਜਾਈਏ, ਉਸ ਦੀਆਂ ਗੱਲਾਂ ਨੂੰ, ਉਹਨਾਂ ਦੀਆਂ ਬਾਤਾਂ ਨੂੰ ਅਸੀਂ ਪੱਕਾ ਮੰਨ ਲਈਏ ਤੇ ਗੁਰੂ ਦੀ ਗੱਲ ਨੂੰ ਪਰੇ ਕਰ ਦਈਏ, ਇਸ ਦੇ ਨਾਲ ਗੁਰੂ ਨਹੀਂ ਖੁਸ਼ ਹੋਣ ਵਾਲਾ। ਗੁਰੂ ਖੁਸ਼ ਹੁੰਦਾ ਹੈ ਗੁਰੂ ਦੀ ਆਗਿਆ ਵਿੱਚ ਤੁਰਨ ਨਾਲ, ਕਿਉਂਕਿ ਹੁਕਮ ਰਜਾਈ ਚੱਲਣਾ ਦਾ ਸਿਧਾਂਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦਿੱਤਾ। ਜਿਸ ਤਰ੍ਹਾਂ ਦੀਵਾ ਮੇਰਾ ਏਕੋ ਨਾਮ ਦੇ ਇਸ ਸ਼ਬਦ ਵਿੱਚ ਸਾਨੂੰ ਸਪਸ਼ਟ ਤੌਰ ਤੇ ਸਤਿਗੁਰ ਨੇ ਸਮਝਾਣਾ ਕਰ ਦਿੱਤਾ ਕਿ ਜੋ ਵੀ ਧਰਮ ਦੇ ਨਾਂ ਤੇ ਕਰਮ ਕਾਂਡ ਹੋ ਰਿਹਾ, ਪਖੰਡ ਹੋ ਰਿਹਾ, ਉਹ ਗੁਰੂ ਨਾਨਕ ਦੇ ਘਰ ਨੂੰ ਪ੍ਰਵਾਨ ਨਹੀਂ ਹੈ। ਭਾਵੇਂ ਗੁਰਗੱਦੀ ਤੇ ਬਿਰਾਜਮਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜਨਮ ਤੋਂ ਨੇ, ਭਾਈ ਲਹਿਣਾ ਜੀ ਆਂਦੇ ਨੇ ਤੇ ਉਹ ਵੀ 7 ਵਾਰ ਪਹਾੜਾਂ ਤੇ ਦੇਵੀ ਨੂੰ ਉਹਨਾਂ ਦੇ ਤੀਰਥ ਤੇ ਜਾਂਦੇ ਨੇ। ਜਦ ਸਮਝ ਆਂਦੀ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਿੱਧੀ ਤੌਰ ਤੇ, ਸਪਸ਼ਟ ਤੌਰ ਤੇ ਕਹਿ ਦਿੰਦੇ ਨੇ, ਲਹਿਣਾ ਜੀ ਜੋ ਤੁਹਾਡੇ ਘਰ ਵਿੱਚ ਮੂਰਤੀਆਂ ਲੱਗੀਆਂ ਨੇ ਜਾਂ ਅਨਮਤੀ ਕਾਰਜ ਹੋ ਰਹੇ ਨੇ, ਉਹ ਗੁਰੂ ਨਾਨਕ ਨੂੰ ਪ੍ਰਵਾਨ ਨਹੀਂ ਹੈ। ਜੇ ਗੁਰੂ ਨਾਨਕ ਦੀ ਸਿੱਖੀ ਤੇ ਤੁਰਨਾ ਹੈ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਅਪਣਾ ਲਓ। ਜੇ ਉਹਨਾਂ ਦੇ ਨਾਲ ਤੁਰਨਾ ਹੈ ਤੁਸੀਂ ਉੱਥੇ ਜਾ ਸਕਦੇ ਹੋ, ਕੋਈ ਜ਼ਬਰਦਸਤੀ ਨਹੀਂ ਹੈ। ਭਾਈ ਲਹਿਣਾ ਜੀ ਦੀ ਇਹ ਅਵਸਥਾ, ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਇਹੀ ਕਰ ਰਹੇ ਸਨ, ਬੜੇ ਸਦੀਆਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਸਨ, ਜਿਹੜੋ ਪਰੰਪਰਾ ਦਰ ਪਰੰਪਰਾ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਵੀ ਮੌਜੂਦਾ ਜੀਵਨ ਦੇ ਅੰਦਰ 1521 ਤੋਂ ਲੈ ਕੇ 1542 ਤੱਕ ਇਸ ਕਾਰਜ ਨੂੰ, 41 ਤੱਕ ਇਸ ਕਾਰਜ ਨੂੰ ਲਗਾਤਾਰ ਕਰ ਰਹੇ ਨੇ। ਤੇ ਇਹ ਸਮਝੀਏ ਕਿ 21 ਤੋਂ ਪਹਿਲਾਂ ਵੀ ਆਪਣੇ ਜਨਮ ਦੇ ਵਿੱਚ ਉਹ ਅਨੇਕਾਂ ਹੀ ਕਰਮ ਕਾਂਡੀ ਕਾਰਜ ਨੂੰ ਕਰ ਚੁੱਕੇ ਹੋਣਗੇ। ਕਿਉਂਕਿ ਜਦ ਭਾਈ ਲਹਿਣਾ ਜੀ ਕੋਲ, ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ, ਸਤਿਗੁਰ ਕੋਲ ਦੂਜੇ ਜਾਮੇ ਜਦ ਉਹ ਆ ਕੇ ਮਿਲੇ, ਉਸ ਟਾਈਮ ਉਹਨਾਂ ਦੀ ਜਿਹੜੀ ਉਮਰ ਸੀ 62 ਸਾਲ ਦੀ ਸੀ। ਤੇ ਉਸ ਉਮਰ ਤੱਕ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਅਸੀਂ ਪੁਰਾਤਨ ਜਿੰਨੀਆਂ ਵਿਚਾਰਾਂ ਨੇ ਉਹਨੂੰ ਕੱਢ ਦਈਏ। ਅੱਜ ਤੇ ਚੰਗੇ ਭਲੇ ਨੌਜਵਾਨ ਨਹੀਂ ਕੱਢਦੇ, ਕਹਿੰਦੇ ਨੇ ਸਾਡੇ ਤੇ ਬਜ਼ੁਰਗ ਇਹ ਕਰਦੇ ਸਨ, ਸਾਡੇ ਪਿਤਾ ਜੀ ਇਹ ਕਰਦੇ ਸਨ। ਸਾਨੂੰ ਇੱਕ ਕਹਾਣੀ ਮੈਨੂੰ ਯਾਦ ਆਉਂਦੀ ਹੈ, ਸ਼ਾਇਦ ਮੈਂ ਇਸ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ। ਇੱਕ ਵਿਧਵਾ ਮਾਤਾ ਸੀ ਜਿਹੜੀ 45 ਸਾਲ ਦੀ ਹੋਏਗੀ, ਉਹਦਾ ਇੱਕ ਨੌਜਵਾਨ ਪੁੱਤਰ ਸੀ। ਉਸ ਦਾ ਉਹਨੇ ਸ਼ਾਦੀ ਕੀਤੀ ਤੇ ਘਰ ਵਿੱਚ ਉਹ ਇਕੱਲੀ ਸੀ। ਜਦ ਵਾਪਸ ਬਰਾਤ ਆਈ ਤੇ ਵਾਪਸ ਆ ਕੇ ਉਹਦਾ ਕੋਈ ਆਪਣਾ ਤੇ ਹੈ ਨਹੀਂ ਸੀ, ਤਾਲਾ ਬੰਦ ਸੀ। ਦਰਵਾਜ਼ਾ ਖੋਲਿਆ, ਬਾਹਰ ਬਰਾਤ ਤੇ ਰਿਸ਼ਤੇਦਾਰ ਖੜੇ ਸਨ, ਕੁੜੀ ਤੇ ਮੁੰਡਾ ਅੰਦਰ ਢੁਕਾ ਹੋਣਾ ਸੀ, ਕਿਉਂਕਿ ਇਹ ਅੱਜ ਕੱਲ ਅਸੀਂ ਕਰ ਰਹੇ ਹਾਂ, ਇਹ ਵੀ ਬਹੁਤ ਕੁਝ ਹੋ ਰਿਹਾ, ਉੱਤੇ ਵੀ ਕਿਸੇ ਟਾਈਮ ਜ਼ਿਕਰ ਕਰ ਲਾਂਗੇ। ਤੇ ਉਹਨੇ ਦੇਖਿਆ ਸਾਹਮਣੇ ਬਿੱਲੀ ਮਰੀ ਪਈ, ਉਹਨੇ ਟੋਕਰੀ ਲਿਆ ਕੇ ਉਹਨੂੰ ਢੱਕਤਾ ਕਿ ਬਾਅਦ ਵਿੱਚ ਚੱਕ ਕੇ ਮੈਂ ਸਾਰੇ ਚਲੇ ਜਾਣਗੇ ਤੇ ਇਹਨੂੰ ਸੱਟ ਆਵਾਂਗੀ, ਤੇ ਉਹਦੇ ਉੱਪਰ ਇੱਕ ਇੱਟ ਰੱਖਤੀ। ਹੁਣ ਨਾ ਹੀ ਇਹਦਾ ਜ਼ਿਕਰ ਨੂੰਹ ਨੇ ਪੁੱਛਿਆ ਕਿ ਇਹ ਬਿੱਲੀ ਕਿਸ ਤਰ੍ਹਾਂ ਮਰੀ, ਨਾ ਹੀ ਇਹ ਦੱਸਣ ਵਾਲੀ ਗੱਲ ਸੀ ਕਿ ਇਹ ਦੇ ਕਾਰਨ ਕੀ ਸਨ, ਕਿਉਂ ਟੋਕਰੀ ਰੱਖੀ, ਕਿਉਂ ਉਹਨੂੰ ਟਕਿਆ। ਆਪਸ ਵਿੱਚ ਨੂੰਹ ਸੱਸ ਦਾ ਕੋਈ ਜ਼ਿਕਰ ਨਹੀਂ ਹੋਇਆ। ਹੁਣ ਉਹ ਬਜ਼ੁਰਗ ਲੇਡੀ ਜਦ ਉਹਦੇ ਘਰ ਪੋਤਰਾ ਹੁੰਦਾ ਹੈ, ਉਹਦੇ ਜਵਾਨ ਹੋਣ ਤੋਂ ਪਹਿਲਾਂ ਚੜ੍ਹਾਈ ਕਰ ਜਾਂਦੀ ਹੈ। ਹੁਣ ਉਹਨੂੰ ਆਪਣੀ ਨੂੰ ਲੈ ਕੇ ਆਂਦੀ ਹੈ ਤੇ ਜਦ ਸਿਰ ਵਾਰਨਾ ਪਾਣੀ
ਕਰਦੇ ਹਨ ਤੇ ਢੁਕਾ ਹੁੰਦਾ ਹੈ, ਤੇ ਉਹ ਪਾਣੀ ਸਿਰ ਵਾਰਨਾ ਕਰਨ ਤੋਂ ਪਹਿਲਾਂ ਕਹਿੰਦੀ ਹੈ, ਪਹਿਲਾਂ ਬਿੱਲੀ ਲਿਆਓ, ਬਿੱਲੀ ਮਾਰਾਂਗੀ, ਟੋਕਰੀ ਨਾਲ ਢੱਕਾਂਗੀ, ਉੱਪਰ ਇੱਟ ਰੱਖਾਂਗੀ, ਤਾਂ ਢੁਕਾਅ ਹੋਏਗਾ। ਇਹ ਮੇਰੀ ਸੱਸ ਨੇ ਕੀਤਾ ਸੀ, ਇਹ ਸਾਡੀ ਪਰੰਪਰਾ ਹੈ। ਇਸ ਤਰ੍ਹਾਂ ਦੀਆਂ ਕਈ ਅਖੌਤੀ ਪਰੰਪਰਾਵਾਂ, ਕਈ ਅਖੌਤੀ ਪਾਖੰਡ ਜਿਹੜੇ ਸਾਡੇ ਗਲੇ ਮੜੇ ਗਏ ਹਨ, ਜਿਨ੍ਹਾਂ ਨੂੰ ਅਸੀਂ ਵਿਚਾਰਿਆ ਨਹੀਂ, ਜਿਸ ਤਰ੍ਹਾਂ ਉਸ ਔਰਤ ਨੇ ਨਹੀਂ ਵਿਚਾਰਿਆ, ਉਸ ਬੀਬੀ ਨੇ ਨਹੀਂ ਵਿਚਾਰਿਆ, ਉਸ ਤਰ੍ਹਾਂ ਅਸੀਂ ਵੀ ਨਹੀਂ ਵਿਚਾਰਦੇ। ਕੀ ਕਾਰਨ ਕੀ ਹੋਣਗੇ? ਕਾਰਨਾਂ ਨੂੰ ਅਸੀਂ ਨਹੀਂ ਪੜਨਾ ਚਾਹੁੰਦੇ। ਗੁਰਬਾਣੀ ਸਾਡੇ ਸਾਹਮਣੇ ਜੀਵਨ ਜੀਣ ਦੇ ਕਾਰਨਾਂ ਨੂੰ ਰੱਖਦੇ ਨੇ, ਔਰ ਉਹਨਾਂ ਚੀਜ਼ਾਂ ਨੂੰ ਰੱਖਦੇ ਨੇ ਜਿਨ੍ਹਾਂ ਦੇ ਕਾਰਨ ਅਸੀਂ ਫਸੇ ਆ ਪਾਖੰਡ ਵਿੱਚ। ਬੰਦਰ ਵਕਣ, ਜਿਸ ਤਰ੍ਹਾਂ ਕੁੱਜੇ ਵਿੱਚ ਦਾਣੇ ਪਾ ਕੇ ਕਬੀਰ ਜੀ ਕਹਿੰਦੇ ਨੇ, ਲੋਭ ਕਾਰਨ ਬੰਦਰ ਜਿਹੜਾ ਮਰਕਟ ਮੁਸਟ ਅਨਾਜ ਕੀ, ਮਨ ਬੌਰਾ ਲੈ ਲੀਨੀ ਹਾਥ ਪਸਾਰ, ਉਹ ਫਸ ਜਾਂਦਾ। ਇਸੇ ਤਰ੍ਹਾਂ ਹਾਥੀ ਫਸ ਜਾਂਦਾ ਕਾਮ ਦੇ ਕਾਰਨ। ਮਨੁੱਖ ਵੀ ਇਹਨਾਂ ਤਰੀਕਿਆਂ ਨਾਲ ਹੀ ਫਸਾਇਆ ਜਾਂਦਾ ਹੈ, ਜਿਸ ਤਰ੍ਹਾਂ ਜਾਨਵਰਾਂ ਨੂੰ ਫਸਾਇਆ ਜਾਂਦਾ। ਤੇ ਸਤਿਗੁਰ ਜੀ ਇਸ ਗੱਲ ਨੂੰ ਅੱਗੇ ਕਹਿੰਦੇ ਨੇ ਕਿ ਹੇ ਦੁਨੀਆ ਦੇ ਲੋਕੋ, ਇਸ ਨੂੰ, ਜਿਹੜੀ ਮੇਰੀ ਗੱਲ ਦਾ ਮਜ਼ਾਕ ਨਾ ਉਡਾਉਣਾ, ਮੇਰੀ ਗੱਲ ਨੂੰ ਸੁੱਟਣ ਵਾਲੀ ਨਹੀਂ ਹੈ, ਇਹਨੂੰ ਸਮਝਣਾ ਹੈ। ਅਖੀਰ ਵਿੱਚ ਕਹਿੰਦੇ ਨੇ, ਇੱਕ ਲੋਕੀ ਹੋਰ ਛਮ ਛਰੀ ਬ੍ਰਾਹਮਣ ਵਟ ਪਿੰਡ ਖਾਏ। ਹੁਣ ਇਹ ਗੱਲ ਸਮਝਣੀ ਹੈ। ਹੁਣ ਬ੍ਰਾਹਮਣ ਕੀ ਕਰਦਾ ਹੈ? ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੁੱਟਸ ਨਾਹੇ। ਹੁਣ ਗੁਰੂ ਪਾਤਸ਼ਾਹ ਇੱਥੇ ਕੰਕਲੂਜਨ ਕੱਢ ਰਹੇ ਨੇ ਕਿ ਹੇ ਦੁਨੀਆ ਦੇ ਲੋਕੋ, ਹੇ ਬ੍ਰਾਹਮਣੋ, ਇਹ ਸਭ ਕੁਝ ਤੁਸੀਂ ਜੋ ਕਰ ਰਹੇ ਹੋ ਨਾ, ਇਹ ਕੰਮ ਜਿਹੜਾ ਹੈ ਇਹ ਤੇ ਮੁੱਕ ਜਾਣਾ। ਹੁਣ ਕੀ ਕਰਦੇ ਨੇ? ਜਦ ਸਰੀਰ ਨੂੰ ਅਗਨ ਭੇਟ ਕਰਕੇ ਆਂਦੇ ਨੇ, ਉਸ ਤੋਂ ਬਾਅਦ ਪੰਡਤ ਜਿਹੜਾ ਹੈ ਪੱਤਲ ਦੇ ਉੱਪਰ ਇੱਕ ਪੇੜਾ ਬਣਾਉਂਦਾ ਹੈ। ਉਹ ਜੌਂ ਦੇ ਆਟੇ ਦਾ ਬਣਾਵੇ, ਭਾਵੇਂ ਚਾਵਲਾਂ ਦੇ ਆਟੇ ਦਾ ਬਣਾਵੇ, ਉਹਨੂੰ ਕਹਿੰਦੇ ਨੇ ਮਣਸਣਾ। ਤੇ ਉਸ ਦੇ ਨਾਂ ਤੇ ਉੱਪਰ, ਪਰਮਾਤਮਾ ਦੇ ਨਾਂ ਦੇ ਨੂੰ ਲੈ ਕੇ ਇਹ ਪ੍ਰੂਫ ਕਰਦੇ ਨੇ ਕਿ ਉਹ ਆਤਮਾ ਜੇ ਭਟਕ ਰਹੀ ਹੈ, ਉਸ ਨੂੰ ਇਹ ਭੋਜਨ ਮਿਲੇਗਾ। ਤੇ ਆਪ ਪੰਡਤ ਪੂੜੀਆਂ ਤੇ ਖੀਰ ਖਾਂਦਾ ਹੈ, ਤੇ ਜਿਹੜੇ ਪਿੱਤਰ ਨੇ ਉਹ ਵਿਚਾਰੇ ਉਹ ਜੌਂ ਦਾ ਆਟਾ ਹੀ ਵਿਚਾਰੇ ਖਾਂਦੇ ਨੇ। ਉਹ ਭਾਵੇਂ ਕਾਂ ਖਾ ਜਾਣ, ਭਾਵੇਂ ਕੁੱਤੇ ਖਾ ਜਾਣ, ਇਹ ਕਿਸੇ ਨੇ ਧਿਆਨ ਨਹੀਂ ਦੇਣਾ। ਤੇ ਸਤਿਗੁਰ ਕਹਿੰਦੇ ਨੇ ਕਿ ਪਿਆਰਿਓ, ਸਾਡਾ ਤੇ ਨਾਮ ਹੀ ਉਹ ਸਭ ਕੁਝ ਹੈ। ਚੰਗਾ ਜੀਵਨ, ਚੰਗਾ ਆਚਰਨ, ਜੀਵਦੇ ਜੀ ਮਾਤਾ ਪਿਤਾ ਨੂੰ ਮੰਨਣਾ। ਜੀਵਤ ਪਿਤਰ ਨਾ ਮਾਨੇ ਕੋ, ਮੂਹੇ ਸ਼ਰਾਧ ਕਰਾਈ। ਇਹ ਕਬੀਰ ਜੀ ਵੀ ਕਹਿ ਰਹੇ ਨੇ, ਸਤਿਗੁਰੂ ਵੀ ਬਾਰ-ਬਾਰ ਇਸ ਗੱਲ ਨੂੰ ਸਮਝਾ ਰਹੇ ਨੇ ਕਿ ਸਾਡੇ ਇਹ ਪਿੰਡ ਪੱਤਲ ਦੇਣ ਦਾ ਸਾਨੂੰ ਕੋਈ ਅਰਥ ਨਹੀਂ ਹੈ। ਸਾਨੂੰ ਤੇ ਪ੍ਰਮਾਤਮਾ ਦੀ ਬਖਸ਼ਿਸ਼, ਚੰਗੇ ਗੁਣ ਤੇ ਸਿਮਰਨ ਚਾਹੀਦਾ, ਜਿਹੜਾ ਕਦੀ ਖਤਮ ਨਹੀਂ ਹੁੰਦਾ। ਨਿਖੁੱਟਸ ਨਾਹੇ, ਇਹ ਕਦੀ ਕਭੂ ਨਿਖੁੱਟਸ ਨਾਹੇ। ਪ੍ਰਮਾਤਮਾ ਦਾ ਨਾਂ ਤੇ ਚੰਗੇ ਗੁਣ ਵੱਧਦੇ ਹਨ, ਘਟਦੇ ਨਹੀਂ ਹਨ। ਜੇ ਅਸੀਂ ਕਲੈਕਸ਼ਨ ਕਰਨ ਜਾਈਏ, ਤੇ ਜਿਹੜਾ ਫੱਕੜ ਕੰਮ ਤੁਸੀਂ ਕਰ ਰਹੇ ਹੋ, ਇਹਨਾਂ ਕੰਮਾਂ ਦਾ ਕੋਈ ਅਰਥ ਨਹੀਂ ਹੈ। ਹੁਣ ਗੁਰੂ ਨਾਨਕ ਦੀ ਪਰਿਭਾਸ਼ਾ ਅਪਣਾਉਣ ਵਾਲੇ ਗੁਰੂ ਅੰਗਦ ਸਾਹਿਬ ਨੂੰ ਵੀ ਉਸ ਗੱਲ ਨੂੰ ਮੰਨਣ ਤੇ ਹੀ ਗੁਰਗੱਦੀ ਤੇ ਬਿਰਾਜਮਾਨ ਕੀਤਾ ਗਿਆ ਸੀ। ਉਹਨਾਂ ਦੇ ਅੰਦਰ ਵਿਚਾਰ ਦੀ ਜੋਤ, ਗੁਰਬਾਣੀ ਦੀ ਜੋਤ ਰੱਖੀ ਗਈ ਸੀ। ਤੇ ਗੁਰੂ ਅਮਰਦਾਸ ਜੀ ਨੂੰ ਵੀ ਤਦ ਹੀ ਇਸ ਜੋਤ ਦੇ ਕਾਬਿਲ ਸਮਝਿਆ ਗਿਆ, ਜਦ ਉਹਨਾਂ ਨੇ ਅਣਥੱਕ ਗੁਰਮਤ ਦੇ ਉੱਪਰ ਪਹਿਰਾ ਦਿੱਤਾ। ਅਸੀਂ ਤੇ ਸਿਰਫ ਉਹਨਾਂ ਦੀ ਗਾਗਰ ਹੀ ਚੱਕੀ ਹੋਈ ਦੇਖ ਰਹੇ ਹਾਂ। ਕਦੀ ਗੁਰੂ ਅਮਰਦਾਸ ਪਾਤਸ਼ਾਹ ਦੇ ਗੋਇੰਦਵਾਲ ਸ਼ਹਿਰ ਵਸਾਉਣ ਦਾ, ਮਨੁੱਖਤਾ ਦੇ ਭਲੇ ਦਾ ਕੰਮ ਕਰਨ ਦਾ, ਘੂੰਘਟ ਦੀ ਪ੍ਰਥਾ ਖਤਮ ਕਰਨ ਦਾ, ਸਤੀ ਪ੍ਰਥਾ ਨੂੰ ਪੂਰਨ ਤੌਰ ਤੇ ਸਮਾਪਤ ਕਰਨ ਦਾ, ਰਾਜਾ ਰਾਮ ਮੋਹਨ ਰਾਏ ਨੂੰ ਤੇ ਲੋਕ ਪ੍ਰਚਾਰ ਰਹੇ ਨੇ। ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀ ਸਤੀ ਪ੍ਰਥਾ ਦੇ ਉੱਪਰ
ਅਕਬਰ ਬਾਦਸ਼ਾਹ ਦੇ ਨੂੰ ਕਹਿ ਕੇ ਬੈਨ ਲਵਾਇਆ ਔਰ ਘੂੰਗੜ ਪ੍ਰਥਾ ਨੂੰ ਦਰਬਾਰ ਵਿੱਚ ਆਉਣ ਵਾਲੀ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਮਨਾ ਕੀਤਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਇਸ ਤਰ੍ਹਾਂ ਜੀ ਰਹੇ ਸਨ ਜਿਸ ਤਰ੍ਹਾਂ ਸਤਿਗੁਰ ਜੀ ਆਪਣੀ ਬਾਣੀ 'ਚ ਕਹਿੰਦੇ ਨੇ, ਆਇਆ ਗਿਆ ਮੂਇਆ ਨਾਉ, ਪਿੱਛੇ ਪੱਤਲ ਸਦੀਹੋਂ ਕਾਉ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਸਤਿਗੁਰ ਤੇ ਗੁਰੂ ਵਾਲੇ ਬਣ ਗਏ ਸਨ, ਸੰਸਾਰ ਡੁੱਬ ਰਿਹਾ ਸੀ। ਇਹ ਸੰਸਾਰ ਉਹਨਾਂ ਕਰਮਾਂ ਨੂੰ ਕਰਕੇ ਅੱਜ ਵੀ ਡੁੱਬ ਰਿਹਾ ਹੈ, ਅੱਜ ਵੀ ਉਹਨਾਂ ਹੀ ਕਾਰਜਾਂ ਵਿੱਚ ਫਸਿਆ ਹੈ ਜਿਨ੍ਹਾਂ ਤੋਂ ਗੁਰੂ ਨਾਨਕ ਸਤਿਗੁਰ ਜੀ ਨੇ ਰੋਕਿਆ ਸੀ। ਗੁਰੂ ਪੰਚਮ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਸਾਰੇ ਭਗਤਾਂ ਨੇ ਪੁਰਜੋਰ ਤਰੀਕੇ ਨਾਲ ਜਨਮ ਮਰਨ ਤੋਂ ਜਾਣੂ ਕਰਾਇਆ ਹੈ। ਜੰਮਣ ਮਰਣਾ ਹੁਕਮ ਹੈ, ਭਾਣੇ ਆਵੇ ਜਾਏ ਸਪਸ਼ਟ ਕੀਤਾ ਹੈ। ਜੇ ਮੌਤ ਰੱਬ ਦੇ ਹੱਥ ਵਿੱਚ ਹੈ ਤੇ ਜਨਮ ਵੀ ਰੱਬ ਦੇ ਹੱਥ ਵਿੱਚ ਹੀ ਹੈ। ਕਿਸ ਜੀਵ ਨੇ ਜੰਮਣਾ ਹੈ, ਕਿਸ ਅਣੂ ਨੇ ਜੰਮਣਾ ਹੈ? ਕਰੋੜਾਂ ਅਣੂ ਨੇ ਮਾਤਾ ਦੇ ਗਰਭ ਵਿੱਚ, ਕਰੋੜਾਂ ਅਣੂ ਨੇ ਪਿਤਾ ਦੇ ਬੀਰਜ ਵਿੱਚ। ਹੁਣ ਕਿਹਨੇ ਜੰਮਣਾ ਹੈ, ਇਹਦਾ ਫੈਸਲਾ ਰੱਬ ਜੀ ਦਾ ਹੈ, ਇਹਦਾ ਫੈਸਲਾ ਮਨੁੱਖ ਦਾ ਨਹੀਂ ਹੈ। ਇਹਦਾ ਫੈਸਲਾ ਡਾਕਟਰ ਵੀ ਨਹੀਂ ਕਰ ਪਾ ਰਹੇ। ਜੇ ਡਾਕਟਰ ਕਰ ਪਾਉਂਦੇ ਤੇ ਮਨੁੱਖ ਦਾ ਬਲੱਡ ਬਣਾ ਸਕਦੇ ਸਨ, ਖੂਨ ਬਣਾ ਸਕਦੇ ਸਨ। ਅੱਜ ਤੱਕ ਖੂਨ ਨਹੀਂ ਬਣਾ ਸਕੇ। ਅੱਜ ਤੱਕ ਰੱਬ ਦੀ ਬਣਾਈ ਹੋਈ ਵਸਤੂ ਨੂੰ ਟ੍ਰਾਂਸਪਲਾਂਟ ਤੇ ਕਰ ਸਕ ਰਹੇ ਨੇ, ਲੇਕਿਨ ਉਸੇ ਤਰੀਕੇ ਦੀ ਜਿਸ ਤਰ੍ਹਾਂ ਦੀ ਰੱਬ ਨੇ ਬਣਾਈ ਹੈ ਨਹੀਂ ਬਣਾ ਪਾ ਰਹੇ। ਤੇ ਗੁਰੂ ਪੰਚਮ ਪਾਤਸ਼ਾਹ ਵੀ ਜੀਵਨ ਦੇ ਅੰਦਰ ਰੱਬ ਜੀ ਨੂੰ ਸਭ ਕੁਝ ਸਮਝ ਰਹੇ ਨੇ, ਰੱਬ ਜੀ ਦੇ ਗੁਣ, ਰੱਬ ਜੀ ਦਾ ਸਿਮਰਨ। ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਇਹ ਮਨ ਤੇਰੇ ਨਾਲ ਕਿਸੇ ਮਾਂ ਪਿਓ ਨੇ ਨਹੀਂ ਜਾਣਾ, ਤੇਰੇ ਨਾਲ ਤੇ ਰੱਬ ਦੇ ਗੁਣ, ਚੰਗੇ ਕਰਮ ਤੇ ਸਿਮਰਨ ਨੇ ਹੀ ਤੇਰਾ ਸਾਥ ਦੇਣਾ ਹੈ। ਜਿਸ ਗੱਲ ਨੂੰ ਸੱਜਣ ਠੱਗ ਨੂੰ ਵੀ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ। ਅਸਲ ਸੱਜਣ ਕਿਹੜੇ ਨੇ? ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਹੁਣ ਇਹਨਾਂ ਗੱਲਾਂ ਨੂੰ ਸਤਿਗੁਰ ਨੇ ਬਾਰ-ਬਾਰ ਬਾਣੀ 'ਚ ਸਮਝਾਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਆਪਣੇ ਸ਼ਬਦਾਂ ਵਿੱਚ, ਗੁਰਬਾਣੀ 'ਚ ਇਸ ਨੂੰ ਸਪਸ਼ਟ ਕੀਤਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨ ਕੋਏ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। हे ਪਿਆਰੇ ਜੀ, हे ਸਤਸੰਗਿਓ, ਪਰਮਾਤਮਾ ਦੀ ਸ਼ੋਭਾ ਨੂੰ ਗਾਉਣਾ, ਪਰਮਾਤਮਾ ਦੇ ਗੁਣਾਂ ਨੂੰ ਗਾਉਣਾ, ਅਸੀਂ ਸਿਮਰਨ ਕਿਉਂ ਕਰਨਾ? ਸਾਨੂੰ ਇਹੀ ਨਹੀਂ ਪਤਾ। ਸਿਮਰਨ ਇਸ ਕਰਕੇ ਕਰਨਾ ਹੈ ਕਿ ਰੱਬ ਜੀ ਦੇ ਗੁਣ ਧਾਰਨ ਕਰ ਸਕੀਏ ਔਰ ਉਹ ਗੁਣ ਟਿਕੇ ਰਹਿਣ, ਅਡੋਲ ਰਹਿਣ। ਕਿਉਂਕਿ ਅਡੋਲ ਪਰਮਾਤਮਾ ਦਾ ਸਿਮਰਨ ਕਰਾਂਗੇ ਤਦ ਹੀ ਉਸਦੇ ਰੱਬੀ ਗੁਣ ਅਡੋਲ ਰਹਿਣਗੇ। ਜਿਹੜਾ ਪ੍ਰੇਮ ਦਾ ਹੈ, ਜਿਹੜਾ ਸਿਰਫ ਅਸੀਂ ਆਪਣੇ ਪੁੱਤਰ ਨੂੰ ਤੇ ਪ੍ਰੇਮ ਕਰ ਰਹੇ ਹਾਂ, ਆਪਣੇ ਭੈਣ ਭਰਾ ਨੂੰ ਪ੍ਰੇਮ ਕਰ ਰਹੇ ਹਾਂ, ਆਪਣੇ ਮਾਤਾ ਪਿਤਾ ਨੂੰ ਕਰ ਰਹੇ ਹਾਂ, ਦੂਜੇ ਨਾਲ ਨਹੀਂ ਕਰ ਰਹੇ। ਇਸ ਪਰਿਭਾਸ਼ਾ ਨੂੰ ਸਤਿਗੁਰ ਨੇ ਯੂਨੀਵਰਸਲ ਤੌਰ ਤੇ ਹਰ ਕਿਸੇ ਤੇ ਲਾਗੂ ਕਰਨ ਵਾਸਤੇ ਸਾਨੂੰ ਇਸ ਕਰਕੇ ਸਿਮਰਨ ਦੀ ਲੋੜ ਕਰਾਉਂਦੇ ਹਨ। ਤੇ ਇਸ ਕਰਕੇ ਗੁਰਬਾਣੀ ਨੂੰ ਰਿਪੀਟੇਸ਼ਨ ਕਰਨ ਲਈ ਕਹਿੰਦੇ ਹਨ ਕਿ ਗੁਰਬਾਣੀ ਦੀ, ਕਿਉਂਕਿ 1430 ਅੰਕਾਂ ਦੇ ਅੰਦਰ ਤਨ ਮਨ ਥੀਵੇ ਹਰਿਆਂ ਤੱਕ ਸਤਿਗੁਰੂ ਜੀ ਨੇ ਜਿਹੜੇ ਗੁਣ ਸਾਡੇ ਅੰਦਰ ਭਰਨੇ ਹਨ ਉਹ ਘਟਣ ਨਾ, ਉਹ ਕਿਧਰੇ ਇੱਕ ਅੱਧਾ ਗੁਣ ਇੱਧਰ ਉੱਧਰ ਨਾ ਹੋਵੇ, ਉਹ ਪੂਰਨ ਤੌਰ ਤੇ ਸਾਡੇ ਅੰਦਰ ਭਰ ਜਾਣ। ਨਹੀਂ ਤੇ ਦੂਸਰੀ ਸੇਵਾ, ਦੁਨਿਆਵੀ ਸੇਵਾ ਕਰਨ ਦੇ ਨਾਲ, ਦੁਨਿਆਵੀ ਵਿਚਾਰਾਂ ਦੇ ਵਿੱਚ ਵਿਚਰਨ ਦੇ ਨਾਲ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਉਹ ਸੇਵਾ ਸਫਲ ਨਹੀਂ ਹੋਣੀ। ਗੁਰੂ ਅਮਰਦਾਸ ਪਾਤਸ਼ਾਹ ਆਪਣੀ ਬਾਣੀ 'ਚ ਇਸ ਗੱਲ ਨੂੰ ਗੁਜਰੀ ਰਾਗ ਵਿੱਚ ਸਾਨੂੰ ਦੱਸ ਰਹੇ ਨੇ, ਜਿਸ ਨੂੰ ਅਸੀਂ ਸਹੀ ਤਰੀਕੇ ਨਾਲ ਸਮਝਣਾ ਬਹੁਤ ਜ਼ਰੂਰੀ ਹੈ। ਸਾਡੀ ਸਮਝ ਨੂੰ ਗੁਰਬਾਣੀ ਰਾਹੀਂ ਖੂਬਸੂਰਤ ਮੇਰੇ ਸਤਿਗੁਰੂ ਜੀ ਬਣਾਉਂਦੇ ਨੇ।
ਲੇਕਿਨ ਅਸੀਂ ਗੁਰਬਾਣੀ ਨੂੰ ਪਿੱਛੇ ਰੱਖਦੇ ਹਾਂ, ਸਤਸੰਗਤ ਨੂੰ ਪਿੱਛੇ ਰੱਖਦੇ ਹਾਂ, ਪਹਿਲ ਸੰਸਾਰੀ ਕਾਰਜ ਨੂੰ ਦਿੰਦੇ ਹਾਂ। ਔਰ ਇਹ ਮੈਂ ਵੀ ਆਪਣੇ ਜੀਵਨ ਦੇ ਅੰਦਰ ਸਮਝਿਆ, ਜਦ ਅਸੀਂ ਸੰਸਾਰੀ ਕਾਰਜ ਨੂੰ ਹੀ ਅੱਗੇ ਰੱਖਾਂਗੇ ਤੇ ਨਿਰੰਕਾਰੀ ਕਾਰਜ ਦੀ ਸਮਝ ਤੇ ਬੜੀ ਵਿਸ਼ਾਲ ਹੈ। ਸੰਸਾਰੀ ਕਾਰਜ ਤੇ ਤੁੱਛ ਹੈ, ਥੋੜੀਆਂ ਲੋੜਾਂ ਨੇ, ਥੋੜੀਆਂ ਚੀਜ਼ਾਂ ਨੇ, ਗੁਜ਼ਰਾਨ ਹੈ ਜਿਹੜਾ ਇੱਥੇ ਹੀ ਰਹਿ ਜਾਣਾ। ਜੋ ਵੀ ਇਕੱਠਾ ਕਰ ਰਹੇ ਹਾਂ ਉਹ ਕਿਸੇ ਨੇ ਨਾਲ ਤੇ ਨਹੀਂ ਲੈ ਕੇ ਜਾਣਾ। ਜਿਹੜਾ ਸਰੀਰ ਵੀ ਅਸੀਂ ਪਾਲ ਕੇ ਤੰਦਰੁਸਤ ਕਰ ਰਹੇ ਹਾਂ, ਤੰਦਰੁਸਤ ਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਨਹੀਂ ਕਰ ਰਹੇ ਕਿ ਇਹ ਤੰਦਰੁਸਤੀ ਸਾਡੇ ਹੋਰ ਕਿਸੇ ਕੰਮ ਆਏਗੀ। ਇਹ ਤੰਦਰੁਸਤੀ ਰੱਬ ਦੇ ਗੁਣਾਂ ਨੂੰ ਪਾਲਣ ਵਾਸਤੇ, ਸਿਮਰਨ ਕਰਨ ਵਾਸਤੇ ਤੇ ਪ੍ਰਮਾਤਮਾ ਦੇ ਨਾਮ ਤੇ ਗੁਣਾਂ ਦੀ ਭਗਤੀ ਵਾਸਤੇ, ਸਾਰੇ ਸੰਗੀ ਸਾਥੀਆਂ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਦੇਖ ਕੇ ਇੱਕ ਦੂਸਰੇ ਦਾ ਸਹਿਯੋਗ ਕਰਨ ਵਾਸਤੇ, ਸੁੱਖ ਦੁੱਖ ਨੂੰ ਸਾਂਝ ਪਾਉਣ ਵਾਸਤੇ, ਇਹ ਅਸੀਂ ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਜਿਸ ਤਰ੍ਹਾਂ ਸਰੀਰ ਨੂੰ ਰੱਬ ਜੀ ਪਾਲ ਰਹੇ ਨੇ, ਇਸ ਤਰ੍ਹਾਂ ਅਸੀਂ ਵੀ ਪਾਲਣਾ। ਜਿਹੜੇ ਗੁਣ ਰੱਬ ਵਿੱਚ ਨੇ ਉਹਨਾਂ ਨੂੰ ਆਪਣੇ ਅੰਦਰ ਕਨਵਰਟ ਕਰਨਾ। ਇਹਨਾਂ ਚੀਜ਼ਾਂ ਨੂੰ ਅਸੀਂ ਬਾਣੀ ਤੋਂ ਬਿਨਾ ਸਮਝ ਨਹੀਂ ਸਕਾਂਗੇ ਜਦ ਤੱਕ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵਾ ਬਣੀ ਜੀਓ, ਸਾਨੂੰ ਗੁਰੂ ਦੀ ਕਿਰਪਾ ਨਾਲ ਇਹ ਮਨ ਭਿੱਜ ਜਾਏ। ਕਿਉਂਕਿ ਇਹ ਭਿੱਜੇਗਾ ਕਿਸ ਤਰ੍ਹਾਂ? ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ ਜੀ, ਸਭ ਕੁਝ ਪਰਮਾਤਮਾ ਦੇ ਗੁਣਾਂ ਵਿੱਚ ਹੋਣਾ ਸ਼ੁਰੂ ਹੋ ਜਾਏ। ਸਾਡੇ ਕਾਰਜ ਪਰਮਾਤਮਾ ਦੇ ਗੁਣਾਂ ਵਿੱਚ ਤਬਦੀਲ ਹੋ ਜਾਣ। ਸਾਡਾ ਵਾਤਾਵਰਨ ਗੁਰਬਾਣੀ ਮਈ ਹੋ ਜਾਏ। ਘਰ ਦਾ, ਵਪਾਰ ਦਾ, ਨੌਕਰੀ ਦਾ, ਕਿਰਸਾਨੀ ਦਾ, ਹਰ ਇੱਕ ਜਗ੍ਹਾ ਦੇ ਬਾਰੇ ਸਤਿਗੁਰੂ ਨੇ ਬਾਣੀ 'ਚ ਬੜੀ ਖੂਬਸੂਰਤੀ ਦੇ ਨਾਲ ਸਾਨੂੰ ਸਮਝਾਇਆ ਹੈ। ਹਰ ਉਸ ਪ੍ਰਮਾਣ ਨੂੰ ਸਾਡੇ ਸਾਹਮਣੇ ਰੱਖਿਆ ਹੈ ਜਿਨ੍ਹਾਂ ਪ੍ਰਮਾਣਾਂ ਦੇ ਨਾਲ ਅਸੀਂ ਸੰਸਾਰ ਦੇ ਗੁਜ਼ਰਾਨ ਦੇ ਧਨ ਨੂੰ ਇਕੱਠਾ ਕਰਦੇ ਹਾਂ। ਤੇ ਸਿੱਖ ਦੇ ਵਾਸਤੇ ਦੋ ਗੱਲਾਂ ਬੜੀਆਂ ਸਪਸ਼ਟ ਕੀਤੀਆਂ ਨੇ। ਪਹਿਲੀ ਗੱਲ, ਉਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਦੋਨੋਂ ਤਰਫ ਦੀਆਂ ਚਿੰਤਾਵਾਂ ਮੁੱਕ ਜਾਂਦੀਆਂ ਹਨ। ਇੱਕ ਗੁਜ਼ਰਾਨ ਦੀ, ਬੱਚੇ ਪਾਲਣ ਦੀ, ਤੇ ਆਪਣੇ ਉਦਰ ਪੂਰਤੀ ਦੀ, ਸੰਸਾਰਕ ਲੋੜਾਂ ਦੀ। ਉਹਦੇ ਵਾਸਤੇ ਅਸੀਂ ਉਦਮ ਕਰਨਾ ਹੈ, ਭਾਵ ਵਪਾਰ ਕਿਰਤ ਕਰਨੀ ਹੈ, ਸੁਕਿਰਤ ਕਰਨੀ ਹੈ। ਦੂਜਾ ਕਾਰਜ ਰੱਖ ਦਿੱਤਾ, ਨਾਮ ਜਪਣਾ ਹੈ। ਤੇ ਅੰਤਮ ਕਿਰਿਆ ਦੇ ਵਿੱਚ ਆ ਕੇ ਸਾਡੀ ਘੁੰਡੀ ਫਸ ਜਾਂਦੀ ਹੈ। ਅਸੀਂ ਪਰਿਵਾਰ ਦੇ ਮਾਸੀਆਂ, ਭੂਆਵਾਂ, ਤਾਈਆਂ, ਚਾਚੀਆਂ, ਇਹਨਾਂ ਦੇ ਘੇਰੇ ਵਿੱਚ ਫਸਦੇ ਹਾਂ। ਇਹਨਾਂ ਵਿੱਚੋਂ ਨਿਕਲਣ ਲਈ ਸਾਨੂੰ ਗੁਰਮੁਖਾਂ ਦੀ ਟੋਲੀ ਚਾਹੀਦੀ, ਜਿਹੜੀ ਸਾਡੇ ਨਾਲ ਉਸ ਟਾਈਮ ਮੌਜੂਦ ਹੋਵੇ, ਜੋ ਗੁਰਮਤਿ ਕਹਿ ਰਹੀ ਹੈ ਉਸ ਤੇ ਪਹਿਰਾ ਦੇਣ ਵਿੱਚ ਸਾਡੇ ਨਾਲ ਖੜੇ ਹੋਣ। ਤਾਂ ਹੀ ਗੁਰੂ ਨਾਨਕ ਸਤਿਗੁਰੂ ਜੀ ਨੇ ਸੱਜਣ ਠੱਗ ਨੂੰ, ਜਿਹਨੂੰ ਸੱਜਣ ਠੱਗ ਕਹਿੰਦੇ ਆ, ਉਹ ਸੱਜਣ ਸ਼ਾਹ ਬਣਿਆ, ਪ੍ਰਚਾਰਕ ਬਣਿਆ। ਸੱਜਣ ਸਈ ਨਾਲ ਮੈਂ ਚਲਦਿਆ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇਹਨਾਂ ਖੂਬਸੂਰਤ ਚੀਜ਼ਾਂ ਨੂੰ, ਇਹਨਾਂ ਪਿਆਰੀਆਂ ਤੇ ਬੜੀਆਂ ਹੀ ਨਿਮਰਤਾ ਵਾਲੀਆਂ ਚੀਜ਼ਾਂ ਨੂੰ ਅਸੀਂ ਛੱਡ ਦਿੰਦੇ ਹਾਂ। ਅਸੀਂ ਕਦੀ ਧਿਆਨ ਨਹੀਂ ਕਰਦੇ। ਸਾਡੇ ਸਤਿਗੁਰ ਨੇ ਇਹਨਾਂ ਚੀਜ਼ਾਂ ਨੂੰ ਕਮਾਉਣ ਵਾਸਤੇ ਕਿਤਨੀ ਤਰੱਦਦ ਕੀਤੀ। ਸੰਸਾਰ ਦੇ ਲੋਕਾਂ ਦੇ ਘਰ ਘਰ ਤੱਕ ਪਹੁੰਚੇ। ਅਸੀਂ ਆਪਣੇ ਘਰ ਦੇ ਰਿਸ਼ਤੇਦਾਰਾਂ ਤੱਕ ਨਹੀਂ ਪਹੁੰਚ ਰਹੇ, ਅਸੀਂ ਆਪਣੇ ਹਿਰਦੇ ਤੱਕ ਨਹੀਂ ਪਹੁੰਚ ਰਹੇ। ਆਪਣੇ ਬੱਚਿਆਂ ਨੂੰ ਸਮਝਾਉਣ ਵਿੱਚ ਸਮਰਥ ਹਾਂ। ਸਰੈਂਡਰ ਕਰ ਚੁੱਕੇ ਹਾਂ ਕਿ ਨਹੀਂ ਕਰ ਸਕਦੇ ਜੀ। ਕਿਉਂ? ਕਿਉਂਕਿ ਸਾਡੇ ਅੰਦਰ ਕਮਿਟਮੈਂਟ ਨਹੀਂ ਹੈ। ਫਿਰ ਮੈਂ ਮਾਫੀ ਚਾਹਾਂਗਾ, ਕਈਆਂ ਦੇ ਸਵਾਲ ਹੋਣਗੇ, ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ? ਬੜੀ ਤਰੱਦਦ ਤੋਂ ਬਾਅਦ, ਬੜੀ ਭਟਕਣਾ ਤੋਂ ਬਾਅਦ, ਬੜੀਆਂ ਚੋਟਾਂ ਖਾਣ ਤੋਂ ਬਾਅਦ ਇਸ ਮਾਰਗ ਤੇ ਤੁਰਨਾ ਪੈਂਦਾ ਹੈ। ਪਰਿਵਾਰ ਤੋਂ ਵੀ ਚੋਟਾਂ ਖਾਣੀਆਂ ਪੈਂਦੀਆਂ,
ਦੋਸਤਾਂ ਮਿੱਤਰਾਂ ਦੀਆਂ ਵੀ ਚੋਟਾਂ ਖਾਣੀਆਂ ਪੈਂਦੀਆਂ, ਸਮਾਜ ਦੇ ਲੋਕਾਂ ਤੋਂ ਵੀ ਚੋਟਾਂ ਖਾਣੀਆਂ ਪੈਂਦੀਆਂ, ਤੇ ਉਸ ਦੇ ਲਈ ਉਹ ਸਾਥੀ ਲੱਭਣੇ ਪੈਂਦੇ ਨੇ ਜਿਹੜੇ ਅੰਤਮ ਸਮੇਂ ਤੱਕ ਸਾਡੇ ਨਾਲ, ਸਾਡੀ ਹਰ ਕਿਰਿਆ ਵਿੱਚ ਪਰਿਵਾਰ ਦੇ ਗੁਰਬਾਣੀ ਮਈ ਹੋਣ। ਇਹ ਮੇਰੀ ਵਿਚਾਰ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਵੀ ਵਿਚਾਰ ਕਰਕੇ ਦੇਖ ਲੈਣਾ। ਸਤਿਗੁਰੂ ਜੀ ਇਹਨਾਂ ਗੱਲਾਂ ਨੂੰ ਗੁਰਬਾਣੀ ਰਾਹੀਂ ਹੀ ਸਾਨੂੰ ਸਮਝਾਣਾ ਕਰਦੇ ਨੇ। ਜਿਸ ਦਿਨ ਅਸੀਂ ਗੁਰਬਾਣੀ ਰਾਹੀਂ ਸਤਿਗੁਰੂ ਜੀ ਦੀਆਂ ਗੱਲਾਂ ਪੜ੍ਹਨੀਆਂ, ਵਿਚਾਰਨੀਆਂ, ਮਨ ਬਚਨ ਕਰਮ ਕਰਕੇ ਜੀਣੀਆਂ ਸ਼ੁਰੂ ਕਰ ਦਾਂਗੇ, ਭਾਵ ਸਾਡੇ ਕਰਮਾਂ 'ਚ ਉਹ ਤਬਦੀਲ ਹੋ ਜਾਏ। ਗਿਆਨਵਾਨ ਤੇ ਅਸੀਂ ਹੋ ਗਏ। ਮੈਂ ਤੇ ਆਪ ਜੀ ਦੇ ਸਾਹਮਣੇ ਰੱਖਿਆ, ਕੁਝ ਲੋਕ ਸੂਝਵਾਨ ਨੇ, ਉਹ ਸੂਝਵਾਨ ਹੀ ਨੇ, ਉਹਨਾਂ ਵਿੱਚ ਸ਼ਰਧਾ ਨਹੀਂ। ਜਿਨ੍ਹਾਂ ਵਿੱਚ ਸ਼ਰਧਾ ਹੈ ਉਹਨਾਂ ਵਿੱਚ ਸੂਝ ਨਹੀਂ। ਤੇ ਜਦ ਤੱਕ ਸਤਿਗੁਰੂ ਕਹਿੰਦੇ ਨੇ ਵਿਵੇਕ ਵਿਸਾਰ ਤੇ ਭਰੋਸਾ ਨਹੀਂ, ਜਦ ਤੱਕ ਪੂਰਨ ਭਰੋਸਾ ਗੁਰਬਾਣੀ ਤੇ ਨਹੀਂ, ਔਰ ਗੁਰਬਾਣੀ ਨੂੰ ਵਿਵੇਕ ਦੇ ਉਸ ਨਜ਼ਰੀਏ ਦੇ ਨਾਲ ਨਹੀਂ ਅਸੀਂ ਆਪਣੇ ਅੰਦਰ ਪਾਇਆ, ਜਿਸ ਬਾਰੇ ਜਪ ਬਾਣੀ 'ਚ ਬਾਰ-ਬਾਰ ਸਮਝਾਇਆ, ਹਰ ਬਾਣੀ ਦੇ ਪੱਖ ਵਿੱਚ। ਤੇ ਜਪ ਬਾਣੀ 'ਚ ਕਿਹਾ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਤਿੰਨੋਂ ਪਰਿਭਾਸ਼ਾਵਾਂ, ਕਿਧਰੇ ਕੋਈ ਕਵੇ ਸੁਰਤ ਨੂੰ ਕਿਹਾ, ਮਤ ਨੂੰ ਨਹੀਂ ਕਿਹਾ, ਕੋਈ ਕਵੇ ਮਤ ਨੂੰ ਕਿਹਾ, ਮਨ ਨੂੰ ਨਹੀਂ ਕਿਹਾ। ਅਸੀਂ ਬੜੀ ਭਟਕਣਾ ਆਪ ਹੀ ਖੜੀਆਂ ਕਰ ਦਿੰਦੇ ਆ। ਸਤਿਗੁਰ ਨੇ ਸਿੰਬੋਲਿਕ ਤੌਰ ਤੇ ਹਰ ਇੱਕ ਚੀਜ਼ ਸਾਡੇ ਸਾਹਮਣੇ ਖੂਬਸੂਰਤ ਤਰੀਕੇ ਨਾਲ ਗੁਰਬਾਣੀ 'ਚ ਰੱਖੀ ਹੈ, ਲੇਕਿਨ ਗੁਰਬਾਣੀ ਨੂੰ ਅਸੀਂ ਆਪਣੀ ਕੰਫਰਟੇਬਲ ਤਰੀਕੇ ਨਾਲ, ਜਿਸ ਤਰ੍ਹਾਂ ਆਸਾਨੀ ਸਾਨੂੰ ਜਿਹੜੀ ਚੀਜ਼ ਲੱਗਦੀ ਹੈ, ਸਾਨੂੰ ਜਿਹੜੀ ਚੀਜ਼ ਠੀਕ ਲੱਗਦੀ ਹੈ, ਸਾਡੇ ਮਨ ਨੂੰ, ਸਾਡੇ ਪਰਿਵਾਰ ਨੂੰ, ਸਾਡੇ ਲੋਕਾਂ ਨੂੰ, ਅਸੀਂ ਉਸ ਨੂੰ ਅਪਣਾਉਣਾ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਲੇਕਿਨ ਗੁਰੂ ਦੀ ਗੱਲ ਨੂੰ ਅਪਣਾਉਣ ਤੋਂ ਅਸੀਂ ਬਹੁਤ ਦੂਰ ਹਾਂ। ਤੇ ਇਸ ਕਰਕੇ ਸਦ ਬਾਣੀ ਦੀ ਪਰਿਭਾਸ਼ਾ ਨੂੰ, ਬਾਣੀ ਦੀ ਸ਼ੁਰੂਆਤ ਅਗਲੇ ਅਸੀਂ ਭਾਗ ਵਿੱਚ ਕਰਾਂਗੇ, ਜਿਹੜਾ ਕਿ ਸਦ ਨੂੰ ਆਵਾਜ਼ ਵੀ ਕਿਹਾ ਹੈ ਬਾਣੀ 'ਚ, ਸਦ ਨੂੰ ਸੱਦਾ ਪੱਤਰ ਵੀ ਕਿਹਾ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ 'ਚ ਇਹਨੂੰ ਹਕਾਰਾ ਕਿਹਾ ਹੈ, ਆਵਾਜ਼ ਗੁਰੂ ਦੀ, ਸੱਦਾ ਆਇਆ ਹੈ। ਉਸ ਦੇ ਵਿਚਾਰ ਤੇ ਉਹਨਾਂ 'ਚ ਜਿਹੜੇ ਸ਼ਬਦ ਆਏ ਨੇ, ਜਿਹੜੇ ਕੇਸੋ ਪੰਡਤ, ਇਹਨਾਂ ਨੂੰ ਗੁਰਬਾਣੀ 'ਚ ਕਿਸ ਤਰ੍ਹਾਂ ਵਰਤਿਆ ਗਿਆ ਹੈ, ਗੁਰਬਾਣੀ ਕੀ ਕਹਿੰਦੀ ਹੈ, ਇੱਕ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਮਤ ਦੀ ਵਿਚਾਰਧਾਰਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਨ ਮੂਲ ਮੰਤਰ ਜਿਹੜਾ 33 ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਤੇ 5 ਸਰੂਪਾਂ ਵਿੱਚ 568, ਕਈ 69 ਕਹਿੰਦੇ ਨੇ, ਕਈ 68 ਕਹਿੰਦੇ ਨੇ, ਮੈਂ ਗਿਣਤੀਆਂ ਵਿੱਚ ਨਹੀਂ ਫਸਦਾ। ਮੈਂ ਇਹ ਸਮਝਦਾ ਹਾਂ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਘਰ ਬਦਲਣ ਤੇ, ਪ੍ਰਕਰਣ ਬਦਲਣ ਤੇ, ਗੁਰੂ ਵਿਅਕਤੀ ਦੇ ਸ਼ਬਦ ਬਦਲਣ ਤੇ, ਭਗਤਾਂ ਦੇ ਸ਼ਬਦ ਬਦਲਣ ਤੇ, ਭੱਟਾਂ ਦੇ ਸ਼ਬਦਾਂ ਦੇ ਨਾਲ ਇਹਨੂੰ ਵਰਤਿਆ ਹੈ ਕਿ ਕੋਈ ਕਿਧਰੇ ਵੀ ਕੋਈ ਐਸਾ ਸ਼ਬਦ ਆ ਜਾਏ ਜਿਹੜਾ ਅਨਮਤੀ ਵਿਚਾਰਧਾਰਾ ਦਾ ਹੋਏ, ਉਹਨਾਂ ਨੂੰ ਉਹਨਾਂ ਦੇ ਗ੍ਰੰਥ ਦੇ ਨਾਲ ਨਹੀਂ ਦੇਖਣਾ, ਉਹਨੂੰ ਗੁਰਬਾਣੀ ਦੇ ਨਜ਼ਰੀਏ ਨਾਲ ਦੇਖਣਾ ਹੈ। ਗੁਰਬਾਣੀ ਕੀ ਕਹਿੰਦੀ ਹੈ ਇਹਨਾਂ ਦੇ ਪ੍ਰਤੀ, ਇਹ ਵਿਚਾਰ ਗੁਰਬਾਣੀ ਦੇ ਕੀ ਹਨ, ਅਸੀਂ ਗੁਰਬਾਣੀ ਦੇ ਨਜ਼ਰੀਏ ਦੇ ਨਾਲ ਅਸੀਂ ਸਮਝਣਾ ਹੈ ਤੇ ਜੀਵਨ 'ਚ ਅਮਲ ਦੇ ਤੌਰ ਤੇ ਲਿਆਉਣਾ ਹੈ। ਮੇਰੀਆਂ ਵਿਚਾਰਾਂ ਜਿਹੜੀਆਂ ਹਨ, ਜਾਣੇ ਅਣਜਾਣੇ 'ਚ ਗੁਰਮਤ ਤੋਂ ਉਲਟ ਕੁਝ ਕਿਹਾ ਗਿਆ ਹੋਏ, ਖਿਮਾ ਦਾ ਜਾਚਕ। ਬਾਣੀ ਪੜ੍ਹਦਿਆਂ, ਵਿਚਾਰਾਂ ਪੇਸ਼ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਤੁਸੀਂ ਸਾਰੇ ਵਿਦਵਾਨ ਸੱਜਣ ਬੈਠੇ ਹੋ, ਤੁਹਾਨੂੰ ਦੋਨੋਂ ਹੱਥ ਜੋੜ ਕੇ ਖਿਮਾ ਕਰਨ ਦੀ ਮੈਂ ਜਾਚਨਾ ਕਰਦਾ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।